ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਕਲਾਸ ਵਿੱਚ ਸਾਰੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਉਣ ਤੇ। ਤਾਂ ਸੰਗਤ ਜੀ, ਹਰ ਰੋਜ਼ ਇੱਕ ਵੱਖਰੇ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਹਾਂ, ਪਰ ਸ਼ਨੀਚਰਵਾਰ ਨੂੰ ਪਾਰਟਿਕੂਲਰਲੀ ਆਮ ਤੌਰ ਤੇ ਸਾਡੇ ਕੋਈ ਮਾਨਯੋਗ ਗੈਸਟ ਸਪੀਕਰ ਜਿਹੜੇ ਨੇ ਆਉਂਦੇ ਨੇ, ਜਿਹੜੇ ਪਾਰਟਿਕੂਲਰ ਖਾਸ ਵਿਸ਼ੇ ਤੇ ਆਪਣੀ ਗੱਲਬਾਤ ਕਰਦੇ ਨੇ। ਸਿੱਖ ਕੌਮ ਦਾ ਇੱਕ ਬਹੁਤ ਅਹਿਮ ਵਿੰਗ ਹੈ ਜਿਹੜਾ ਹੁਣ ਤੱਕ ਮੈਂ ਸਮਝਾਂ ਕਿ ਆਲਮੋਸਟ ਅਜੇ ਵੀ ਅਣਗੌਲਿਆ ਹੀ ਹੈ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਿਕਲੀਗਰ, ਸਤਨਾਮੀਏ, ਵਣਜਾਰੇ ਸਿੱਖ। ਇਹ ਸਾਰੇ ਸਿੱਖ ਧਾਰਾ ਦੇ ਵਿੱਚ ਹਨ, ਪਰੰਤੂ ਸਮਾਂ ਪਾ ਕੇ ਐਸੇ ਸਰਕਮਸਟੈਂਸਸ ਹੋਏ ਨੇ ਕਿ ਉਹ ਲੋਕ ਜਿਹੜੇ ਗੁਰੂ ਸਾਹਿਬਾਨ ਦੇ ਬਹੁਤ ਨੇੜੇ ਸਨ, ਅੱਜ ਸਿੱਖੀ ਤੋਂ ਦੂਰ ਹੋ ਗਏ। ਉਹਦਾ ਕਾਰਨ ਕੀ ਹੈ, ਇਹ ਆਪਾਂ ਅੱਜ ਦੇ ਵਿਚਾਰ ਵਿੱਚ ਵੀਰ ਬਲਜਿੰਦਰ ਸਿੰਘ ਜੀ ਜਿਹੜੇ ਸਾਡੇ ਨਾਲ ਜੁੜੇ ਨੇ, ਜਿਹੜੇ ਇਸ ਪ੍ਰੋਜੈਕਟ ਤੇ ਬਹੁਤ ਸਾਰਾ ਕੰਮ ਕਰ ਰਹੇ ਨੇ, ਉਹ ਸਾਨੂੰ ਇਹਦੀ ਬੈਕਗਰਾਉਂਡ ਦੱਸਣਗੇ। ਜਿੱਥੇ ਉਹ ਆਪਣੀਆਂ ਐਕਟੀਵਿਟੀਜ਼ ਦੱਸਣਗੇ, ਉੱਥੇ ਆਸ ਕਰਦੇ ਹਾਂ ਕਿ ਸਾਨੂੰ ਇਹ ਸੁਝਾਅ ਵੀ ਦੇਣਗੇ ਕਿ ਸਿੱਖ ਸਾਡੀ ਕਮਿਊਨਿਟੀ, ਸਿੱਖ ਕਮਿਊਨਿਟੀ ਦਾ ਐਡਾ ਵੱਡਾ ਜਿਹੜਾ ਪਾਰਟ ਹੈ, ਜਿਹੜਾ ਹੁਣ ਤੱਕ ਅਣਗੌਲਿਆ, ਉਹਨੂੰ ਆਪਾਂ ਕਿਵੇਂ ਆਪਣੇ ਮੇਨ ਫੋਲਡ ਵਿੱਚ ਲਿਆ ਸਕਦੇ ਹਾਂ, ਤਾਂ ਜੋ ਸਾਰੇ ਗੁਰੂ ਨਾਨਕ ਨਾਮ ਲੇਵਾ ਮੁੱਖ ਵਿਚਾਰਧਾਰਾ ਨਾਲ ਰਲ ਕੇ ਆਪਣੀ ਕੌਮੀਅਤ ਚੱਲਣ। ਤੋ ਚਲੋ, ਮੈਂ ਆਪ ਦਾ ਸਮਾਂ ਹੋਰ ਨਹੀਂ ਲੈਂਦਾ। ਮੈਂ ਵੀਰ ਬਲਜਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਵੀ ਉਹ ਕਿਰਪਾ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਮੂਲ ਮੰਤਰ ਦਾ ਪਾਠ ਕਰਕੇ ਸ਼ੁਰੂ ਕਰ ਦੇਣ ਜੀ। ਵੀਰ ਬਲਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜ਼ੂਮ ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਸ ਨੂੰ ਦਾਸ ਬਲਜਿੰਦਰ ਸਿੰਘ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭੋਪਾਲ ਦੇ ਅੰਦਰ, ਪੈਦਾਇਸ਼ ਮੇਰੀ ਭੋਪਾਲ ਦੀ ਹੈ, ਔਰ ਬਚਪਨ ਤੋਂ ਹੀ ਘਰ ਵਿੱਚ ਜੋ ਸਿੱਖੀ ਦਾ ਐਟਮੋਸਫੀਅਰ ਮਿਲਿਆ, ਜਿਸ ਸਦਕਾ ਅੱਜ ਪੰਥ ਦੀ ਸੇਵਾ ਕਰਨ ਜੋਗਾ ਹੋਇਆ। ਸੋ ਬਹੁਤ ਜ਼ਰੂਰੀ ਜੋ ਪੰਥਕ ਮਸਲੇ ਹਨ, ਉਹਨਾਂ ਦੇ ਬਾਰੇ ਅੱਜ ਆਪ ਜੀ ਨਾਲ ਵਿਚਾਰ ਸਾਂਝੇ ਕਰਨ ਲੱਗਾ। ਅੱਜ ਦਾ ਸਾਡਾ ਜੋ ਵਿਸ਼ਾ ਹੈ ਕਿ ਨਾਨਕ ਪੰਥੀ ਸਾਡੇ ਵਣਜਾਰੇ ਸਿੱਖ ਭਰਾ, ਸਿਕਲੀਗਰ ਸਿੱਖ ਭਰਾ, ਸਤਨਾਮੀ। ਅਤੇ ਮੈਂ ਨਾਲ ਹੀ ਗੱਲ ਅੱਜ, ਕਿਉਂਕਿ ਸਮਾਂ ਪੰਜਾਬ ਵਾਸਤੇ ਜੋ ਔਖਾ ਚੱਲ ਰਿਹਾ ਹੈ ਕਿ ਅੱਜ ਪੰਜਾਬ ਦੇ ਅੰਦਰ ਸਿੱਖਾਂ ਦਾ ਈਸਾਈਕਰਨ ਹੋ ਰਿਹਾ, ਕਨਵਰਜਨ ਹੋ ਰਿਹਾ, ਉਹਦੀ ਵੀ ਗੱਲ ਜ਼ਰੂਰ ਕਰਾਂਗਾ। ਜਿੱਥੇ ਅਸੀਂ ਵਣਜਾਰੇ ਸਿਕਲੀਗਰਾਂ ਦੀ ਗੱਲ ਕਰਨੇ ਆ, ਉੱਥੇ ਜੌਹਰੀ ਸਿੱਖ ਵੀ ਹਨ, ਰਵਿਦਾਸੀ ਸਿੱਖ ਵੀ ਹਨ, ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪਿਛੋਕੜ, ਮਤਲਬ ਕੁਝ ਹੋਰ ਗੱਲ ਆਪ ਜੀ ਸਾਰੇ ਨਾਲ ਸਾਂਝੀ ਕਰਨਾ ਚਾਹਾਂਗਾ। ਕੁਝ ਜ਼ਰੂਰੀ ਸਮਝਾਉਣ ਵਾਸਤੇ ਕਿ 1947 ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਹੈ, ਤੇ ਪੰਜਾਬ ਦੀ ਵੰਡ ਵਿੱਚ ਸਾਡੇ ਕੋਲੋਂ ਜੋ ਵੈਸਟ ਪੰਜਾਬ ਸਾਡੇ ਕੋਲੋਂ ਖੁੱਸ ਗਿਆ, ਸਾਡੇ ਗੁਰਦੁਆਰੇ ਸਦਾ ਵਾਸਤੇ ਵਿਛੋੜੇ ਗਏ। ਉਹਦੇ ਬੈਕਗਰਾਉਂਡ ਤੇ ਜਾਣਾ ਚਾਹਾਂਗਾ। ਦੋ ਮੁੱਖ ਕਾਰਨ ਸਨ। ਇੱਕ ਪਾਸੋਂ ਅਸੀਂ ਆਜ਼ਾਦੀ ਵਾਸਤੇ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਲੇਕਿਨ ਹੱਕ ਲੈਣ ਦਾ ਵੇਲਾ ਆਇਆ ਤੇ ਅਸੀਂ ਆਪਣੀ ਰਾਜਨੀਤਿਕ ਕਮਜ਼ੋਰੀਆਂ ਕਰਕੇ ਆਪਣਾ ਸਭ ਬਹੁਤ ਕੁਝ ਗਵਾ ਬੈਠੇ। ਦੂਜਾ ਬਹੁਤ ਵੱਡਾ ਕਾਰਨ ਜਿਸ ਨੂੰ ਸਾਡੀ ਕੌਮ ਨੇ ਨਹੀਂ ਸਮਝਿਆ, ਅਹਿਸਾਸ ਨਹੀਂ ਕੀਤਾ, ਉਹ ਸੀ ਕਿ ਵੈਸਟ ਪੰਜਾਬ ਵਿੱਚ ਸਿੱਖ ਕੌਮ ਦੀ ਆਬਾਦੀ ਸਿਰਫ 8% ਸੀ। ਜਾਇਦਾਦਾਂ, ਘਰ, ਹਵੇਲੀਆਂ, ਜ਼ਮੀਨਾਂ, ਗੁਰਦੁਆਰੇ ਸਭ ਕੁਝ ਸਨ, ਬਹੁਤ ਵੱਡੀ ਗਿਣਤੀ ਵਿੱਚ ਸਨ, ਜਾਇਦਾਦਾਂ ਬਹੁਤ ਵੱਡੀਆਂ ਸਨ, ਆਮਦਨ ਬਹੁਤ ਸੀ, ਲੇਕਿਨ ਆਬਾਦੀ ਸਿਰਫ 8% ਸੀ। ਹੁਣ ਸਬਕ ਇਹ ਸਿੱਖਣਾ ਚਾਹੀਦਾ ਸੀ ਕਿ ਆਬਾਦੀ ਕਰਕੇ ਸਾਡਾ ਇੰਨਾ ਵੱਡਾ ਨੁਕਸਾਨ ਹੋਇਆ ਹੈ, ਤੇ ਅੱਗੋਂ 1947 ਤੋਂ ਬਾਅਦ ਅਸੀਂ ਟਾਰਗੇਟ ਰੱਖਦੇ, ਜਿਵੇਂ ਈਸਾਈ ਮਿਸ਼ਨਰੀਜ਼ ਦਾ ਟਾਰਗੇਟ ਰਿਹਾ ਸਦਾ ਤੋਂ ਪੋਪੂਲੇਸ਼ਨ ਵਧਾਉਣਾ, ਸਾਡਾ ਟਾਰਗੇਟ ਹੋਣਾ ਚਾਹੀਦਾ ਸੀ ਕਿ ਅਸੀਂ ਆਇਡੈਂਟੀਫਾਈ ਕਰਦੇ ਕਿ ਅਸੀਂ ਕੌਮ ਦੀ ਪੋਪੂਲੇਸ਼ਨ ਕਿਸ ਤਰ੍ਹਾਂ ਵਧਾ ਸਕਦੇ ਹਾਂ। ਅਗਰ ਅਸੀਂ ਪੋਪੂਲੇਸ਼ਨ ਵਧਾਉਣ ਵਿੱਚ 2 ਮਿੰਟ ਮੈਂ ਹੋਰ ਉਸੇ ਬਾਰੇ ਸ਼ੇਅਰ ਕਰਾਂਗਾ ਕਿ 1934, 35, 36 ਵਿੱਚ ਜਦੋਂ ਡਾਕਟਰ ਅੰਬੇਡਕਰ ਸਿੱਖ ਸੱਜਣ ਲੱਗੇ ਸਨ, ਉਹ ਨਾਲ ਕਰੋੜਾਂ ਦਲਿਤ ਸਿੱਖ ਸੱਜਣ ਲੱਗੇ ਸਨ। ਕੁਝ ਕਾਰਨਾਂ ਕਰਕੇ ਉਹ ਸਿੰਘ ਨਹੀਂ ਸਜੇ, ਉਹ ਬਹੁਤ ਲੰਬਾ ਟੌਪਿਕ ਹੈ, ਉਹਦੀ ਉਹਨੇ ਡਿਟੇਲ ਵਿੱਚ ਗੱਲ ਨਹੀਂ ਕਰਾਂਗਾ।
पर असी उस पक्ष तो ध्यान भी नहीं दिता, क्योंकि सिख धर्म बराबरी के सिद्धांत ते श्री गुरु नानक साहिब जी ने शुरू किया, ते असी अगर अपने दलित भरावां विच काम करते, बराबरी के सिद्धांत ते एजुकेशन ते उन्हां दा दर्द वंडदे, ते दलित हिंदू भरा जिहड़े ने वो भी सिंह सजदे, साडी ऑटोमैटिकली साडा किरदार देख के आबादी साडी वधदी। पर असी उस फ्रंट तो भी फेल रहे। हुण गल करिए कि अगर असी पंजाब की गल करिए तो पंजाब के साडे लीडर या गुरुद्वारा प्रबंधक कमेटियां या सिख, उन्होंने भी अपनी सोच का दायरा हर पक्षों, धार्मिक पक्ष होए, राजनीतिक पक्ष होए, सिर्फ पंजाब तक सीमित रखा। जबकि पूरे भारत विच करोड़ों की तादाद विच वंजारे वसदे सन, जो श्री गुरु नानक साहिब जी तो सिख धर्म नाल जुड़े, और उन्होंने बड़ियां वड्डियां कुर्बानियां रहियां। दूजे पासे तो लखां की तादाद विच सिखलीगर सिख जिहड़े पूरे भारत विच वसदे, अलग अलग कोनियां च वस रहे सन, उन्होंने भी मुख धारा विच लियाण दे उद्यम नहीं किए गए। मैं शुरुआत सिखलीगर सिखां तो करांगा। बड़ी संखेप विच गल करदियां, तकरीबन जो सारे मैंबर हाजिर हैं उन्होंने मैं उम्मीद कर रहा सिखलीगर सिखां दा पिछोकड़ पता है, बट फिर भी शेयर कर दियां कि राजस्थानी लोहार जिन्होंने साहिब श्री गुरु हरगोबिंद साहिब जी ने पंजाब बुलाया, उन्होंने पंजाब का सुखाला माहौल देख के आके शस्त्र बनाने शुरू किए, और धीरे धीरे सिंह भी सजना शुरू हो गए, सिख धर्म की मुख धारा च आ गए। और श्री गुरु हरगोबिंद साहिब जी तो लैके दसम पातशाह श्री गुरु गोबिंद सिंह जी तक शस्त्र भी बनाते रहे, जंगां विच भी हिस्सा लैंदे रहे, और उस तो बाद भी बाबा बंदा सिंह बहादुर तो लैके महाराजा रणजीत सिंह के राज खत्म होने तक शस्त्र बनान और जंगां विच भी हिस्सा लिया। लेकिन जदों 1849 विच पंजाब ते अंग्रेज़ां दा कब्जा होया, पंजाब ते अंग्रेज़ां ने राज स्थापित किया अपना कुटिल नीतियां नाल, उस तो बाद उन्होंने ए सिखलीगर सिख, जिन्होंने गुरु दसम पातशाह श्री गुरु गोबिंद सिंह जी ने सिखलीगर नाम दिता सी, उन्हां दे शस्त्र बनाने ते बैन लगा दिता, ते नाल ही उन्होंने क्रिमिनल ट्राइब घोषित करता। सिर्फ इन्हों ही नहीं, वंजारियां नूं भी क्रिमिनल ट्राइब घोषित किया। वंजारियां की गल अगों शेयर करांगा। हुण सिखलीगर सिख जिन्हां दा बहुत इंपॉर्टेंट रोजगार सी शस्त्र बनाना, इहदे अलावा घर विच काम आने वाले हर किस्म के लोहे का समान बनाना, वो अपने मुख काम शस्त्र बनाने तो बेरोजगार हो गए, और पंजाब तो उठ के पूरे हिंदुस्तान के तकरीबन मोस्टली प्रदेशों विच फैलते चले गए। अगर असी अज गल करिए तो पंजाब के अलावा हरियाणा, राजस्थान, उत्तर प्रदेश, थोड़ा बहुत हिमाचल, दिल्ली, मध्य प्रदेश, महाराष्ट्र, कर्नाटका, तमिलनाडु, आंध्र प्रदेश, तेलंगाना, सारे प्रदेशों विच ए सिखलीगर सिख भरा साडे वसते हैं। इन्हां दी गिनती बारे बहुत सारे भरम भुलेखे साडे कई प्रचारकों ने भी पाए ने, और काम करने वाली संस्थावां ने भी कुछ फिगर्स गलत दसे हैं, पर कन्फ्यूजन विच आ गए, क्योंकि इन्हां दा अज तक प्रॉपरली सर्वे नहीं होया। जिवें मध्य प्रदेश विच ही आम किया जाता सी लखां विच सिखलीगर सिख ने, जदों सिखलीगर सिखां ने खुद अपना सर्वे किया ते मध्य प्रदेश विच सिखलीगर सिखां दी गिनती टोटल उन्हां दी बच्चियां नूं मिला के सिर्फ 12,000 ने, जबकि की किया जाता सी लखां विच ने। अगर असी उत्तर प्रदेश की गल करिए तो तकरीबन 1.5 लाख ने। महाराष्ट्र की गल करिए तो महाराष्ट्र तकरीबन, क्योंकि कोई ऑथेंटिक सर्वे नहीं होया, एक अंदाज 3 तो 5 लाख की रेंज कही जाती है, क्योंकि पिंड पिंड विच महाराष्ट्र सिखलीगर सिख वसते हैं। टोटल मैक्सिमम गिनती जो मैं एक अंदाजा लगाया है, तकरीबन पूरे भारत के हर शहर विच पिंडां विच वसते सिखलीगर सिखां नाल राबता बनाया होया है, ते अंदाजा है कि सिखलीगर सिखां की गिनती 15 लाख तो वध नहीं है,
जद कि कई कथावाचक भी स्टेज तो बोलदियां कह दिंदे ने 4 करोड़ 5 करोड़ इहो ਜਿਹੇ ਭਰਮ ਭੁਲੇਖੇ वाले फिगर्स दस ਦਿੰਦੇ ਹਨ। ਹੁਣ ਇਹ ਸਾਰੇ ਸਿਕਲੀਗਰ ਸਿੱਖ ਸਾਬਤ ਸੂਰਤ ਸਾਡੇ ਵਕਨ ਕੇਸਾਧਾਰੀ ਦਸਤਾਰਧਾਰੀ ਹਨ, ਲੇਕਿਨ ਇਹਨਾਂ ਦੀਆਂ ਬਹੁਤ ਸਾਰੀ ਬੇਸਿਕ ਪ੍ਰੋਬਲਮਸ ਹਨ ਜਿਨ੍ਹਾਂ ਨੂੰ ਦੂਰ ਕਰਨਾ ਪੰਥ ਦਾ ਫਰਜ਼ ਹੈ। ਅਗਰ ਅਸੀਂ ਗੱਲ ਕਰੀਏ, ਖੁਸ਼ੀ ਦੀ ਗੱਲ ਹੈ ਵੀ ਕਿ ਝੋਪੜੀਆਂ 'ਚ ਵੀ ਰਹਿੰਦੇ ਹੋਏ ਸਾਬਤ ਸੂਰਤ ਹਨ, ਬੇਅਦਬੀਆਂ ਨਹੀਂ ਕਰਦੇ। ਹਾਲੇ ਕੁਝ ਬਹੁਤ ਥੋੜੀ ਜਿਹੀ ਥਾਵਾਂ ਤੇ ਕੇਸਾਂ ਦੀ ਬੇਅਦਬੀ ਸ਼ੁਰੂ ਹੋਈ ਹੈ, ਬਟ ਮੋਸਟਲੀ ਜਗ੍ਹਾ ਤੇ ਸਾਬਤ ਸੂਰਤ ਹਨ। ਹੁਣ ਬੇਸਿਕ ਪ੍ਰੋਬਲਮਸ ਕੀ ਨੇ? ਸਭ ਤੋਂ ਵੱਡੀ ਗੱਲ ਗਰੀਬੀ। ਮੋਸਟਲੀ ਅੱਤ ਦੀ ਗਰੀਬੀ ਵਿੱਚ ਜੀਵਨ ਜੀ ਰਹੇ ਹਨ। ਗਰੀਬੀ ਕਰਕੇ ਅਨਪੜ੍ਹਤਾ ਹੈ ਅਤੇ ਨਾਲ ਹੀ ਰੋਜ਼ਗਾਰ ਦੇ ਬਹੁਤ ਵੱਡੇ ਇਸ਼ੂਜ਼ ਹਨ। ਜਦੋਂ ਰੋਜ਼ਗਾਰ ਦੀ ਗੱਲ ਕਰਨੇ ਹਾਂ ਤੇ ਰੋਜ਼ਗਾਰ ਦੀ ਕਮੀਆਂ ਹੋਣ ਕਰਕੇ, ਸਾਧਨ ਨਾ ਹੋਣ ਕਰਕੇ ਮੈਡੀਕਲ ਟ੍ਰੀਟਮੈਂਟ ਵੀ ਇਹਨਾਂ ਵਾਸਤੇ ਸਦਾ ਇੱਕ ਬਹੁਤ ਵੱਡਾ ਇਸ਼ੂ ਰਹਿੰਦਾ ਹੈ ਕਿ ਇਲਾਜ ਕਰਾਣੇ ਹੋਣ, ਕੋਈ ਵੱਡੀਆਂ ਬਿਮਾਰੀਆਂ ਹੋ ਜਾਣ ਤੇ ਸਾਧਨ ਨਹੀਂ ਹੁੰਦੇ, ਸੋ ਬਹੁਤ ਡੈਥ ਵੀ ਹੁੰਦੀਆਂ ਹਨ। ਹੁਣ ਅਨਪੜ੍ਹਤਾ, ਗਰੀਬੀ ਕਰਕੇ ਚਾਈਲਡ ਮੈਰਿਜ ਵੀ ਹੁੰਦੀ ਹੈ। ਹਾਲੇ ਧੀਰੇ ਧੀਰੇ ਫਰਕ ਪੈ ਰਿਹਾ ਹੈ, ਬਟ ਫਿਰ ਵੀ ਚਾਈਲਡ ਮੈਰਿजेस ਅਗਰ 18 ਟੱਪ ਗਏ ਤੇ ਠੀਕ, ਨਹੀਂ ਤੇ 18 ਦੇ ਲਾਗੇ ਤੱਕ ਜਲਦੀ ਮੈਰਿजेस ਹੁੰਦੀਆਂ ਹਨ। ਲੇਕਿਨ ਅਨਪੜ੍ਹਤਾ ਇੱਕ ਬਹੁਤ ਵੱਡਾ ਜਿਹੜਾ ਹੈ, ਸਭ ਤੋਂ ਵੱਡਾ ਮਾਈਨਸ ਪੁਆਇੰਟ ਹੈ। ਅਤੇ ਨਾਲ ਇੱਕ ਹੋਰ ਚੀਜ਼ ਹੈ, ਸਾਬਤ ਸੂਰਤ ਹਨ ਲੇਕਿਨ ਜਿਹਨੂੰ ਅਸੀਂ ਗੁਰਮਤਿ ਦੀ ਗੱਲ ਕਰਨੇ ਆ, ਗੁਰਬਾਣੀ ਦੀ ਗੱਲ ਕਰਨੇ ਆ, ਸਿੱਖ ਇਤਿਹਾਸ ਦੀ ਗੱਲ ਕਰਨੇ ਆ, ਉਹਦੇ ਨਾਲ ਬਹੁਤ ਥੋੜੇ ਜੁੜੇ ਹੋਏ ਹਨ। ਕਾਰਨ ਸਭ ਤੋਂ ਵੱਡਾ ਕਿ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਸਿੱਖ ਜਿਹੜੇ ਸ਼ਹਿਰਾਂ ਵਿੱਚ ਵਸਦੇ ਹਨ, ਇਹਨਾਂ ਦੀ ਸਿੱਖੀ ਸਿਰਫ ਸਿੱਖੀ ਔਰ ਸਿੱਖੀ ਦਾ ਪ੍ਰਚਾਰ ਸਿਰਫ ਸ਼ਹਿਰਾਂ ਦੀ ਗੁਰਦੁਆਰਾ ਪ੍ਰਬੰਧਕ ਗੁਰਦੁਆਰਿਆਂ ਦੀ ਬਾਉਂਡਰੀ ਤੱਕ ਸੀਮਤ ਹੈ। ਅਸੀਂ ਆਮ ਸਿੱਖ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਿੰਡਾਂ ਵਿੱਚ ਵਸਣ ਵਾਲੇ ਇਹ ਸਿਕਲੀਗਰ ਸਿੱਖਾਂ ਦੀ ਸਾਰ ਲੈ ਹੀ ਨਹੀਂ ਰਹੇ। ਸੰਸਥਾਵਾਂ ਕੁਝ ਕੰਮ ਕਰ ਰਹੀਆਂ ਹਨ, ਤਕਰੀਬਨ ਸਾਰੇ ਪ੍ਰਦੇਸ਼ਾਂ ਵਿੱਚ ਕੁਝ ਨਾ ਕੁਝ ਸੰਸਥਾਵਾਂ ਕਰ ਰਹੀਆਂ ਹਨ, ਲੇਕਿਨ ਜਿਸ ਲੈਵਲ ਦੇ ਕੰਮ ਕਰਨ ਦੀ ਜ਼ਰੂਰਤ ਹੈ ਉਹਦੇ ਮੁਕਾਬਲੇ ਆਟੇ ਵਿੱਚ ਲੂਣ ਦੇ ਬਰਾਬਰ ਕੰਮ ਹੋ ਰਿਹਾ ਹੈ। ਕਿਉਂਕਿ ਐਜੂਕੇਸ਼ਨ ਤੇ ਕੰਮ ਕਰਨਾ ਹੈ ਤਾਂ ਵੀ ਰਿਸੋਰਸਿਸ ਬਹੁਤ ਚਾਹੀਦੇ ਹਨ। ਧਰਮ ਪ੍ਰਚਾਰ ਤੇ ਫਿਰ ਵੀ ਸੌਖੇ ਕੰਮ ਕੀਤਾ ਜਾ ਸਕਦਾ ਹੈ। ਜੇ ਰੋਜ਼ਗਾਰ ਵਾਸਤੇ ਮਦਦ ਕਰਨੀ ਹੈ ਤਾਂ ਵੀ ਫੰਡਸ ਚਾਹੀਦੇ ਹਨ। ਤੇ ਇਹ ਸਿਕਲੀਗਰ ਸਿੱਖ ਇਹੋ ਜਿਹੇ ਕਾਰਨਾਂ ਕਰਕੇ ਸਿੱਖ ਕੌਮ ਦੀ ਮੁੱਖ ਧਾਰਾ ਵਿੱਚ ਨਹੀਂ ਹਨ। ਮੋਸਟਲੀ ਜਗ੍ਹਾ ਤੇ ਉਹਨੇ ਆਪਣਾ ਨੇ ਛੋਟੇ ਛੋਟੇ ਜਿਹੇ ਗੁਰਦੁਆਰੇ, ਇੱਕ ਇੱਕ ਕਮਰੇ ਦੇ ਗੁਰਦੁਆਰੇ ਵੀ ਬਣਾਏ ਹੋਏ ਹਨ। ਜਿਹੜੇ ਸ਼ਹਿਰ ਦੇ ਮੇਨ ਗੁਰਦੁਆਰੇ ਹੁੰਦੇ ਹਨ ਉੱਥੇ ਵੀ ਨਹੀਂ ਜਾਂਦੇ, ਕਿਉਂਕਿ ਉਹਨਾਂ ਦੀ ਗਰੀਬੀ ਕਰਕੇ ਉਹਨਾਂ ਤੇ ਛੋਟੇ ਮੋਟੇ ਚੋਰੀ ਦੇ ਇਲਜ਼ਾਮ ਵੀ ਲੱਗ ਜਾਂਦੇ ਹਨ ਗੁਰਦੁਆਰੇ ਤੋਂ। ਜੀ ਤੁਸੀਂ ਇਹ ਚੁੱਕ ਕੇ ਲੈ ਗਏ, ਤੁਹਾਡੇ ਬੱਚੇ ਜ਼ਿਆਦਾ ਮਸਤੀ ਕਰਦੇ ਹਨ, ਮਿਸਬਿਹੇਵ ਕਰਦੇ ਹਨ। ਇਹੋ ਜਿਹੀ ਗੱਲਾਂ ਕਰਕੇ ਇਹਨਾਂ ਨੂੰ ਗੁਰਦੁਆਰੇ ਵਿੱਚ ਸਤਿਕਾਰ ਨਹੀਂ ਮਿਲਦਾ ਤੇ ਆਪਣੇ ਗੁਰਦੁਆਰਿਆਂ, ਸ਼ਹਿਰਾਂ ਵਿੱਚ ਵੀ ਜਿੱਥੇ ਰਹਿੰਦੇ ਹਨ, ਆਪਣੇ ਗੁਰਦੁਆਰਿਆਂ ਤੱਕ ਜ਼ਿਆਦਾਤਰ ਸੀਮਤ ਰਹਿੰਦੇ ਹਨ। ਪਹਿਰਾਵਾ ਵੀ ਥੋੜਾ ਜਿਹਾ ਫਰਕ ਹੈ, ਸੋ ਉਸ ਕਰਕੇ ਵੀ ਇਹ ਆਪਣੇ ਵਿੱਚ ਹੀ ਸਮੇਟੇ ਰਹਿੰਦੇ ਹਨ। ਹੁਣ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਨੇ ਹਾਂ, ਹੁਣ ਇਹਨਾਂ ਵਾਸਤੇ ਐਜੂਕੇਸ਼ਨ ਵਾਸਤੇ ਬਹੁਤ ਸਾਰੀ ਸੰਸਥਾਵਾਂ ਨੇ ਪ੍ਰੋਜੈਕਟ ਸ਼ੁਰੂ ਕੀਤੇ, ਲੇਕਿਨ ਦਿੱਕਤ ਕੀ ਆਉਂਦੀ ਹੈ, ਇਹ ਸਾਰੇ ਕਿਸਮ ਦੇ ਸਲਮ ਏਰੀਆਜ਼ ਵਿੱਚ ਰਹਿ ਰਹੇ ਹਨ, ਬੱਚਿਆਂ ਦੇ ਮਾਂ-ਬਾਪ ਅਨਪੜ੍ਹ ਨੇ। ਜਦੋਂ ਇਹਨਾਂ ਦੇ ਬੱਚਿਆਂ ਨੂੰ ਕੋਈ ਵੀ ਸੰਸਥਾ ਸਕੂਲ ਵਿੱਚ ਐਡਮਿਟ ਕਰਵਾਉਂਦੀ ਹੈ, ਭਰਤੀ ਕਰਵਾਉਂਦੀ ਹੈ, ਸਿਰਫ ਫੀਸ ਨਹੀਂ ਦੇਣੀ ਹੁੰਦੀ। ਅਗਰ ਕੋਈ ਵੀ ਜਿੱਥੇ ਰਹਿੰਦੇ ਨੇ, ਆਮ ਤੌਰ ਤੇ ਉਹਨੂੰ ਡੇਰਾ ਕਹੀਦਾ। ਜਿੱਥੇ ਵੀ ਇਹ ਡੇਰਿਆਂ ਤੇ ਰਹਿੰਦੇ ਨੇ, ਕਿਉਂਕਿ ਅਨਪੜ੍ਹਤਾ ਦਾ ਸਾਰਾ ਮਾਹੌਲ ਹੈ, ਗਰੀਬੀ ਦਾ ਹੈ, ਛੋਟੇ ਛੋਟੇ ਕੱਚੇ ਕਮਰਿਆਂ ਵਿੱਚ ਰਹਿੰਦੇ ਨੇ, ਪਿੰਡਾਂ ਵਿੱਚ ਤੇ ਝੋਪੜੀਆਂ ਵਿੱਚ ਵੀ ਰਹਿੰਦੇ ਨੇ। ਤੇ ਇਹਨਾਂ ਕੋਲ ਇੱਕ ਇੱਕ ਕਮਰੇ ਦੇ ਅੰਦਰ ਮਾਂ ਪਿਓ ਦੇ ਨਾਲ 4-4 5-5 ਬੱਚੇ ਹਨ। ਇੱਕ ਆਮ ਸਿੱਖ ਸਮਾਜ ਤੇ ਇਹਨਾਂ 'ਚ ਫਰਕ ਹੈ, ਜਿੱਥੇ ਇੱਕ ਆਮ ਸਿੱਖ ਸਮਾਜ 2 ਬੱਚਿਆਂ ਤੱਕ ਸੀਮਤ ਹੈ, ਸਿਕਲੀਗਰ ਸਿੱਖਾਂ ਦੇ ਅੱਜ ਵੀ 5-5 6-6 ਬੱਚੇ ਹਨ। ਇੱਕ ਪੱਖੋਂ ਅਗਰ ਅਸੀਂ ਪੋਪੂਲੇਸ਼ਨ ਦੀ ਗੱਲ ਕਰੀਏ ਤੇ ਖੁਸ਼ੀ ਹੁੰਦੀ ਹੈ ਕਿ ਉਹ ਗਿਣਤੀ ਘੱਟੋ ਘੱਟ ਉਹ ਤੇ ਗਿਣਤੀ ਵਧਾ ਰਹੇ ਹਨ, ਲੇਕਿਨ ਦੂਜੇ ਪਾਸੋਂ ਅਨਪੜ੍ਹਤਾ ਹੈ, ਜਿਸ ਕਰਕੇ ਲੱਗਦਾ ਹੈ ਕਿ ਬੱਚੇ ਘੱਟ ਹੋਣ ਤੇ ਉਹਨਾਂ ਨੂੰ ਪੜ੍ਹਾ ਸਕੀਏ। ਹੁਣ ਇੱਕ ਕਮਰੇ ਦੇ ਅੰਦਰ ਮਾਂ ਪਿਓ ਤੇ 4-4 5-5 ਬੱਚੇ ਹੋਣ, ਪੜ੍ਹਨਾ ਲਿਖਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
जीना भी सही मैंने हेल्दी लाइफ भी जीनी मुश्किल हो जाती है। ਹੁਣ ਜਿਹੜੇ ਡੇਰਿਆਂ ਜਿੱਥੇ ਬੱਚੇ ਰਹਿੰਦੇ ਹਨ, ਸੰਸਥਾਵਾਂ ਜਦੋਂ ਸਕੂਲਾਂ 'ਚ ਇਹ ਬੱਚਿਆਂ ਦੀ ਐਡਮਿਸ਼ਨ ਕਰਵਾਉਂਦੀ ਹੈ, ਸੰਸਥਾਵਾਂ ਸੋਚਦੀਆਂ ਹਨ ਕਿ ਫੀਸ ਜਮ੍ਹਾਂ ਕਰਤੀ, ਬੁੱਕਸ ਲੈਤੀਆਂ, ਗੱਲ ਉਹਦੇ ਨਾਲ ਨਹੀਂ ਬਣਦੀ। ਕਿਉਂਕਿ ਭੋਪਾਲ ਦੇ ਅੰਦਰ ਮੈਨੂੰ ਬਹੁਤ ਗਹਿਰਾਈ 'ਚ ਐਕਸਪੀਰੀਅੰਸ ਹੈਗਾ ਹੈ। ਭੋਪਾਲ ਵਿੱਚ ਤਕਰੀਬਨ 20 ਸਾਲ ਪਹਿਲੇ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਸੀ, ਹਜ਼ੂਰੀ ਸਿੰਘ ਵੈਲਫੇਅਰ ਸੈਂਟਰ। 20 ਸਾਲ ਪਹਿਲੇ ਭੋਪਾਲ ਵਿੱਚ ਰਹਿੰਦੇ ਸਿੱਖਲੀਗਰ ਸਿੱਖ ਪਰਿਵਾਰਾਂ ਦੇ 5 ਬੱਚਿਆਂ ਦੀ ਐਡਮਿਸ਼ਨ ਸਕੂਲ ਵਿੱਚ ਕਰਵਾਈ ਗਈ। ਮੈਂ 12 ਸਾਲ ਪਹਿਲੇ ਇਹ ਪ੍ਰੋਜੈਕਟ ਜੁਆਇਨ ਕੀਤਾ। ਉਸ ਦਿਨ ਤੋਂ ਮੈਂ ਬੱਚਿਆਂ ਦਾ ਹੋ ਗਿਆ, ਬੱਚੇ ਮੇਰੇ ਹੋ ਗਏ, ਕਿਉਂਕਿ ਬੱਚਿਆਂ ਕੋਲ ਰੋਜ਼ ਜਾ ਕੇ ਉਹਨਾਂ ਨਾਲ ਡੈਡੀਕੇਸ਼ਨ ਨਾਲ ਉਹਨਾਂ ਤੇ ਕੰਮ ਕਰਨਾ ਸ਼ੁਰੂ ਕੀਤਾ। ਹੁਣ ਇਹ ਬੱਚੇ ਜਦੋਂ ਸਕੂਲਾਂ ਵਿੱਚ ਜਾਂਦੇ ਹਨ, ਘਰਾਂ 'ਚ ਪੜ੍ਹਾਈ ਦਾ ਐਟਮੋਸਫੇਅਰ ਨਹੀਂ ਹੈ, ਇਹ ਘਰ ਆ ਕੇ ਪੜ੍ਹਦੇ ਨਹੀਂ ਹਨ। ਜਿਵੇਂ ਅਸੀਂ ਆਮ ਸਿੱਖ ਸਮਾਜ, ਸਾਡੇ ਪੇਰੈਂਟਸ ਪੜ੍ਹੇ ਲਿਖੇ, ਉਹ ਘਰ ਡਾਂਟਦੇ ਵੀ ਹਨ, ਖੁਦ ਵੀ ਪੜ੍ਹਾਉਂਦੇ ਹਨ, ਟਿਊਸ਼ਨਸ ਵੀ ਲਗਾ ਕੇ ਦਿੰਦੇ ਹਨ। ਲੇਕਿਨ ਇਹ ਜੋ ਸਿੱਖਲੀਗਰ ਬੱਚਿਆਂ ਦਾ ਜਿਵੇਂ ਭੋਪਾਲ ਵੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਜਦੋਂ ਮੈਂ ਜੁਆਇਨ ਕੀਤਾ ਪ੍ਰੋਜੈਕਟ ਤੇ ਮੈਂ ਦੇਖਿਆ ਸਕੂਲ ਜਾ ਰਹੇ ਹਨ, ਲੇਕਿਨ ਘਰ ਆ ਕੇ ਸਿਰਫ ਖੇਡਣ ਦੇ ਇਲਾਵਾ, ਮਸਤੀ ਕਰਨ ਦੇ ਇਲਾਵਾ ਉਹਨਾਂ ਨੂੰ ਪੜ੍ਹਾਈ ਦਾ ਐਟਮੋਸਫੇਅਰ ਘਰ ਨਹੀਂ ਮਿਲਦਾ। ਤੇ ਮੈਂ 12 ਸਾਲ ਪਹਿਲੇ ਤੋਂ ਫਿਰ ਬੱਚਿਆਂ ਵਾਸਤੇ ਟਿਊਸ਼ਨਸ ਵੀ ਪ੍ਰੋਜੈਕਟ ਦੇ ਬਾਕੀ ਮੈਂਬਰਸ ਨਾਲ ਡਿਸਕਸ ਕਰਕੇ ਟਿਊਸ਼ਨਸ ਵੀ ਲਗਾਉਣੀਆਂ ਸ਼ੁਰੂ ਕੀਤੀਆਂ, ਕਿਉਂਕਿ ਮਾਂ-ਬਾਪ ਅਨਪੜ੍ਹ ਹਨ ਔਰ ਇਹਨਾਂ ਦੇ ਫਾਦਰ ਆਮ ਤੌਰ ਤੇ ਹੁਣ ਵੀ ਜਾਂ ਮਜ਼ਦੂਰੀਆਂ ਕਰ ਰਹੇ ਹਨ ਜਾਂ ਘੁੰਮਦੇ ਹੋਏ ਕੰਮ ਕਰਦੇ ਹਨ। ਉਹ ਕੰਮਾਂ ਬਾਰੇ ਵੀ ਡਿਸਕਸ ਕਰਨਾ ਵਾ। ਤੇ ਮਾਵਾਂ ਕੋਲ ਵੇਲ ਹੀ ਨਹੀਂ ਹੈ ਜਿਨ੍ਹਾਂ ਨੇ ਕੱਚੇ ਚੁੱਲ੍ਹਿਆਂ ਤੇ 5-5 ਬੱਚਿਆਂ ਦੀ ਰੋਟੀ ਵੀ ਬਣਾਉਣੀ ਹੈ, ਕੱਪੜੇ ਵੀ ਧੋਣੇ ਹਨ, ਸਭ ਕੁਝ ਕੰਮ ਆਪਣੇ ਹੱਥੀਂ ਕਰਨੇ ਹਨ। ਉਹ ਮਸਾਂ ਸਾਰਾ ਦਿਨ ਉਹੀ ਕੰਮਾਂ ਵਿੱਚ ਹੀ ਬਿਜ਼ੀ ਰਹਿੰਦੀਆਂ ਹਨ, ਬਿਮਾਰੀਆਂ ਨਾਲ ਵੀ ਲੜਦੀਆਂ ਹਨ, ਤੇ ਉਸ ਤੋਂ ਬਾਅਦ ਉਹ ਬੱਚਿਆਂ ਵੱਲ ਧਿਆਨ ਨਹੀਂ ਦੇ ਸਕਦੀਆਂ। ਤੇ ਅਸੀਂ ਬੱਚਿਆਂ ਵੱਲ ਫਿਰ ਟਿਊਸ਼ਨਸ ਵੀ ਲਗਾਉਣੀ ਸ਼ੁਰੂ ਕੀਤੀਆਂ ਭੋਪਾਲ। ਨਾਲ ਹੀ ਬੱਚਿਆਂ ਦੀ ਗੁਰਮਤਿ ਦੀ ਪੜ੍ਹਾਈ ਵੀ ਸ਼ੁਰੂ ਕੀਤੀ। ਵਿਚਕਾਰ ਕੁਝ ਸਮਾਂ ਭੋਪਾਲ ਵਿੱਚ ਭਾਈ ਸਾਹਿਬ ਵੀ ਰੱਖੇ। ਔਰ ਇੰਟਰਸਟਿੰਗ ਗੱਲ ਦੱਸਾਂ ਕਿ ਹੁਣ ਭੋਪਾਲ ਵਿੱਚ ਜੋ ਹਜ਼ੂਰੀ ਸਿੰਘ ਵੈਲਫੇਅਰ ਸੈਂਟਰ ਦਾ ਪ੍ਰੋਜੈਕਟ ਚੱਲ ਰਿਹਾ, ਜਿੱਥੇ ਕੈਂਪਸ ਹੈ, ਮਤਲਬ ਕੈਂਪਸ ਇਨ ਦੀ ਸੈਂਸ ਕਿ ਅੱਜ ਦੀ ਡੇਟ ਵਿੱਚ 35 ਪਰਿਵਾਰ ਰਹਿ ਰਹੇ ਹਨ, ਤੇ ਇਹ 35 ਪਰਿਵਾਰਾਂ ਦੇ ਨਾਲ ਹੀ ਗੁਰਦੁਆਰਾ ਬਣਿਆ ਹੋਇਆ, ਜੋ ਬਾਕੀ ਸਿੱਖ ਸਮਾਜ ਨੇ ਪੈਸਾ ਇਕੱਠਾ ਕਰਕੇ ਬਣਾ ਕੇ ਦਿੱਤਾ ਹੈ। ਹੁਣ ਇਸ ਗੁਰਦੁਆਰੇ ਦੀ ਮਰਿਆਦਾ ਨੂੰ ਸਿਰਫ ਔਰ ਸਿਰਫ ਬੱਚੇ ਸੰਭਾਲ ਰਹੇ ਹਨ। ਸਵੇਰੇ ਵੀ ਬੱਚੇ ਹੀ ਪ੍ਰਕਾਸ਼ ਕਰਦੇ ਹਨ, ਸ਼ਾਮੀ ਵੀ ਕੀਰਤਨ ਕਰਨਾ, ਸੁਖਾਸਨ ਕਰਨਾ, ਸਾਰੀ ਜ਼ਿੰਮੇਵਾਰੀ ਬੱਚੇ ਸੰਭਾਲ ਰਹੇ ਹਨ, ਕੋਈ ਭਾਈ ਸਾਹਿਬ ਨਹੀਂ ਹਨ। ਔਰ ਬੱਚਿਆਂ ਨੇ ਇੰਨਾ ਸੋਹਣਾ ਕੀਰਤਨ ਸਿੱਖਿਆ ਕਿ ਅਸੀਂ ਉਹਨਾਂ ਨੂੰ ਤਕਰੀਬਨ 10 ਵਾਜੇ ਵੀ ਲੈ ਕੇ ਦਿੱਤੇ, ਹਾਰਮੋਨੀਅਮ ਲੈ ਕੇ ਦਿੱਤੇ ਹਨ, 6-7 ਤਬਲੇ ਹਨ, ਤੇ ਬੱਚੇ 25 ਬੱਚੇ ਇਕੱਠੇ ਮਿਲ ਕੇ ਗੁਰਪੁਰਬਾਂ ਤੇ ਦੂਜੇ ਗੁਰਦੁਆਰਿਆਂ ਜਾ ਕੇ 25 ਬੱਚਿਆਂ ਦਾ ਜੱਥਾ ਮਿਲ ਕੇ 5 ਵਾਜੇ ਇਕੱਠੇ ਰੱਖ ਕੇ 2 ਤਬਲੇ ਰੱਖ ਕੇ ਸੰਗਤ ਨੂੰ 1-1.5 ਘੰਟਾ ਕੀਰਤਨ, ਗੁਰਬਾਣੀ ਕੀਰਤਨ ਨਾਲ ਜੋੜਦੇ ਹਨ। ਹੁਣ ਇਹ ਤੇ ਇੱਕ ਪ੍ਰੋਜੈਕਟ ਦੀ ਗੱਲ ਹੈ। ਜ਼ਿਆਦਾਤਰ ਜਿਹੜੇ ਪ੍ਰੋਜੈਕਟ ਚੱਲ ਰਹੇ ਹਨ ਉਹਨਾਂ ਵਿੱਚ ਸਕੂਲ ਐਜੂਕੇਸ਼ਨ ਦਾ ਕੰਮ ਚੱਲ ਰਿਹਾ, ਉਹਦੇ 'ਚ ਵੀ ਫੀਸ ਜਮ੍ਹਾਂ ਕੀਤੀ ਜਾ ਰਹੀਆਂ ਹਨ, ਜਦਕਿ ਜ਼ਰੂਰਤ ਹੈ ਕਿ ਜਿਸ ਵੀ ਪਿੰਡ ਡੇਰੇ ਵਿੱਚ ਬੱਚਿਆਂ ਦੀ ਸਕੂਲ ਵਿੱਚ ਐਡਮਿਸ਼ਨ ਕਰਵਾਈ ਜਾਂਦੀ ਹੈ, ਜਦ ਤੱਕ ਉੱਥੇ ਇੱਕ ਫੁੱਲ ਟਾਈਮ ਮੋਨੀਟਰਿੰਗ ਕਰਨ ਵਾਸਤੇ ਕੋਈ ਡੈਡੀਕੇਟਿਡ ਪਰਸਨ ਨਹੀਂ ਹੋਏਗਾ, ਜੋ ਸਵੇਰ ਤੋਂ ਲੈ ਕੇ ਰਾਤ ਤੱਕ ਬੱਚਿਆਂ ਦੇ ਨਾਲ ਲੱਗਾ ਰਹੇ, ਬੱਚਿਆਂ ਦੀ ਅਪਲਿਫਟਮੈਂਟ ਨਹੀਂ ਹੋ ਸਕਦੀ। ਦੂਜੀ ਇੱਕ ਗੱਲ ਹੋਰ ਆ ਜਾਂਦੀ ਹੈ, ਜਿੱਥੇ ਆਮ ਅਸੀਂ ਸਿੱਖ ਪਰਿਵਾਰਾਂ ਦਾ ਦੇਖਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਸਕੂਲ 'ਚ ਭੇਜਨੇ ਆ, ਭਾਵੇਂ ਉਹ ਮਿਸ਼ਨਰੀ ਸਕੂਲਸ ਨੇ ਜਾਂ ਪ੍ਰਾਈਵੇਟ ਹੋਰ ਸਕੂਲਸ ਨੇ, ਉੱਥੇ ਤਕਰੀਬਨ ਇੱਕ ਬੱਚੇ ਪਿੱਛੇ ਇੱਕ ਮਾਂ-ਪਿਓ ਔਨ ਐਨ ਐਵਰੇਜ 30-40 ਹਜ਼ਾਰ 50 ਹਜ਼ਾਰ ਘੱਟੋ ਘੱਟ ਫੀਸ ਸਕੂਲ ਦੀ ਦਿੰਦੇ ਹਨ। ਟਿਊਸ਼ਨਸ ਤੇ ਖਰਚੇ ਅਲੱਗ ਕਰਦੇ ਹਨ, ਬੱਸਾਂ ਦੀ ਆਉਣ ਜਾਣ ਦੇ ਖਰਚੇ ਅਲੱਗ ਕਰਦੇ ਹਨ, ਕਿਉਂਕਿ 1 ਜਾਂ 2 ਬੱਚੇ ਹੁੰਦੇ ਹਨ। ਹੁਣ ਜਿਹੜੇ ਇਹ ਪ੍ਰੋਜੈਕਟ ਚੱਲਦੇ ਹਨ, ਇਹਦੇ ਅੰਦਰ ਔਨ ਐਨ ਐਵਰੇਜ ਜਿਸ ਲੈਵਲ ਦੇ ਸਕੂਲਸ ਵਿੱਚ ਭੇਜਿਆ ਜਾਂਦਾ ਹੈ ਉਹ ਬੜੇ ਆਰਡੀਨਰੀ ਸਕੂਲਸ ਹੁੰਦੇ ਹਨ, ਕਿਉਂਕਿ ਅਸੀਂ ਖੁਦ ਇਮੈਜਿਨ ਕਰੀਏ ਕਿ 50-60 ਬੱਚਿਆਂ ਨੂੰ ਸਕੂਲ ਭੇਜਣਾ ਹੈ, ਤੇ ਅਗਰ ਇੱਕ ਬੱਚੇ ਪਿੱਛੇ 50 ਹਜ਼ਾਰ ਖਰਚ ਕੀਤਾ ਜਾਏਗਾ ਤੇ ਉਹਨੇ ਰਿਸੋਰਸਿਸ ਸੰਸਥਾਵਾਂ ਕੋਲ ਨਹੀਂ ਹੁੰਦੇ। ਤੇ ਇਹਦੇ ਇਲਾਵਾ ਬੱਚਿਆਂ ਦੇ ਵੀ ਘਰਾਂ 'ਚ ਕਿਉਂਕਿ ਪੜ੍ਹਨ ਦਾ ਐਟਮੋਸਫੇਅਰ ਨਹੀਂ ਹੈਗਾ, ਸੋ ਉਹ ਬਹੁਤ ਵੱਡੇ ਸਕੂਲਾਂ 'ਚ ਕੋਪ ਅਪ ਵੀ ਨਹੀਂ ਕਰ ਸਕਦੇ, ਤੇ ਨਤੀਜਾ ਹੈ ਕਿ ਆਰਡੀਨਰੀ ਸਕੂਲਸ ਵਿੱਚ ਪੜ੍ਹਦੇ ਹਨ
ਤੇ ਨੈਚੁਰਲ ਹੈ ਕਿ ਫਿਰ ਉਹਨਾਂ ਦੀ ਪੜ੍ਹਾਈ ਦੀ ਉਹੋ ਜਿਹੀ ਡਿਵੈਲਪਮੈਂਟ ਨਹੀਂ ਹੋ ਪਾਉਂਦੀ ਜੋ ਇੱਕ ਆਮ ਸਿੱਖ ਸਮਾਜ ਦੇ ਬੱਚਿਆਂ ਦੀ ਹੁੰਦੀ ਹੈ। ਵੈਸੇ ਤਾਂ ਇੱਕ ਗੱਲ ਮੈਂ ਹੋਰ ਕਹਿ ਦਿਆਂ, ਮੈਂ ਬੜੀ ਵਾਰ ਮਹਿਸੂਸ ਕਰਨਾ ਸਾਡੇ ਮਨਾਂ ਵਿੱਚ ਬੜੀ ਗਲਤ ਫਹਿਮੀਆਂ ਇੱਕ ਆਮ ਸਿੱਖ ਸਮਾਜ ਬਾਰੇ ਵੀ ਬਣੀਆਂ ਹੋਈਆਂ ਹਨ, ਔਰ ਅਸੀਂ ਇੱਕ ਬੜੀ ਗਲਤ ਲਾਈਨ ਪੂਰੀ ਕੌਮ ਵਿੱਚ ਮੈਸੇਜ ਦਿੰਦੇ ਹਾਂ, ਹਰ ਸਿੱਖ ਅਮੀਰ ਹੁੰਦਾ ਹੈ। ਅਗਰ ਅਸੀਂ ਡੈਪਥ ਵਿੱਚ ਐਨਾਲਾਈਜ਼ ਕਰੀਏ, ਅਸੀਂ ਵਣਜਾਰਿਆਂ ਦੀ ਗੱਲ ਨਹੀਂ ਕਰੀਏ, ਇੱਕ ਆਮ ਸਿੱਖਾਂ ਦੀ ਗੱਲ ਕਰੀਏ, ਉਹਦੇ ਅੰਦਰ ਅਸੀਂ ਮਜਬੀ ਰਵਿਦਾਸੀ ਸਿੱਖਾਂ ਨੂੰ ਵੀ ਜੋੜ ਲਈ, ਉਹ ਵੀ ਸਿੱਖ ਨੇ, ਤੇ 50% ਸਿੱਖ ਕੌਮ ਸਾਡੀ ਇਸ ਪੋਜੀਸ਼ਨ ਵਿੱਚ ਹੈ ਮੀਡੀਅਮ ਇਨਕਮ ਗਰੁੱਪ ਦੀ, ਜਿਹੜੀ ਆਪਣੇ ਬੱਚਿਆਂ ਨੂੰ ਅੱਛੇ ਸਕੂਲਸ ਅੱਛੇ ਕਾਲਜਸ ਵਿੱਚ ਨਹੀਂ ਭੇਜ ਸਕਦੀ, ਅੱਛੀ ਇੰਸਟੀਟਿਊਸ਼ਨਸ ਤੋਂ ਕੋਚਿੰਗ ਨਹੀਂ ਕਰਵਾ ਸਕਦੀ। ਨਤੀਜਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਅੱਛੇ ਸਕੂਲਸ ਵਿੱਚ ਨਹੀਂ ਜਾ ਰਹੇ, ਉਹ ਅੱਛੀ ਜਗ੍ਹਾ ਜੌਬਸ ਨਹੀਂ ਕਰ ਸਕਦੇ। ਹੁਣ ਜਦੋਂ ਅਸੀਂ ਸਿੱਖ ਲੀਗਲ ਬੱਚਿਆਂ ਦੀ ਗੱਲ ਕਰਨੇ ਆ, ਸੇ ਸੰਸਥਾਵਾਂ ਉਹਨਾਂ ਨੂੰ ਜਿਸ ਲੈਵਲ ਦੇ ਸਕੂਲਸ ਵਿੱਚ ਪੜ੍ਹਾ ਰਹੀਆਂ ਹਨ, ਔਰ ਜੋ ਐਟਮੋਸਫੇਅਰ ਹੈ ਘਰਾਂ ਵਿੱਚ, ਮੈਨੂੰ ਮਹਿਸੂਸ ਹੁੰਦਾ ਹੈ ਘੱਟੋ ਘੱਟ 3 ਜਨਰੇਸ਼ਨਸ ਲੱਗਣਗੀਆਂ ਕਿ ਬੱਚੇ ਜਿਵੇਂ ਅੱਜ ਅਸੀਂ ਕਹਿੰਦੇ ਇੰਜੀਨੀਅਰ ਬਣਨਾ, ਡਾਕਟਰ ਬਣਨਾ, 3 ਜਨਰੇਸ਼ਨ ਲੱਗਣਗੀਆਂ ਸਿੱਖ ਲੀਗਲ ਸਿੱਖਾਂ ਦੇ ਬੱਚਿਆਂ ਨੂੰ ਉਸ ਲੈਵਲ ਤੇ ਪਹੁੰਚਣ ਵਿੱਚ। ਹਲੇ ਕੁਝ ਫਿਗਰਸ ਆਲ ਓਵਰ ਇੰਡੀਆ 'ਚ ਉਂਗਲੀਆਂ ਤੇ ਗਿਣੋ ਤੇ ਹੈਗੇ ਨੇ ਕਿ ਮਹਾਰਾਸ਼ਟਰ ਵਿੱਚ ਇੱਕ ਸਿੱਖ ਲੀਗਲ ਸਿੱਖ ਲੋਅਰ ਕੋਰਟ ਦੇ ਜੱਜ ਬਣ ਗਏ, ਕੋਈ ਟਾਵਾਂ ਵਕੀਲ ਬਣ ਰਿਹਾ ਹੈ, ਕੋਈ ਬਾਈ ਚਾਂਸ ਡਿਪਲੋਮਾ ਇੰਜੀਨੀਅਰ ਬਣ ਕੇ ਗਵਰਨਮੈਂਟ ਜੌਬ ਵਿੱਚ ਵੀ ਹੈ, ਮਹਾਰਾਸ਼ਟਰ 'ਚ ਕੁਝ ਪੁਲਿਸ ਦੀ ਨੌਕਰੀ ਵਿੱਚ ਵੀ ਹੈਗੇ ਨੇ, ਲੇਕਿਨ ਜ਼ਿਆਦਾਤਰ ਅਨਪੜ੍ਹਤਾ ਦੇ ਮਾਹੌਲ ਵਿੱਚ ਜੀ ਰਹੇ ਨੇ। ਅਗਰ ਇਹਨਾਂ ਦੀ ਅਸੀਂ ਰੋਜ਼ਗਾਰ ਦੀ ਗੱਲ ਕਰੀਏ, ਕਿਉਂਕਿ ਸ਼ਸਤਰ ਬਣਾਉਣੇ ਬੰਦ ਹੋ ਗਏ, ਸ਼ਸਤਰਾਂ ਬਾਰੇ ਵੀ ਗੱਲ ਸ਼ੇਅਰ ਕਰਦੇ ਹਾਂ, ਉਹ ਵੀ ਇੱਕ ਸਿੱਖ ਲੀਗਲ ਸਮਾਜ ਵਾਸਤੇ ਬੜੀ ਪਰੇਸ਼ਾਨੀ ਹੈ ਕਿ ਆਲ ਓਵਰ ਇੰਡੀਆ ਵਿੱਚ ਸਿੱਖ ਲੀਗਲ ਸਿੱਖਾਂ ਨੇ ਸ਼ਸਤਰ ਬਣਾਉਣੇ ਬੰਦ ਕਰਤੇ, ਲੇਕਿਨ ਮੱਧ ਪ੍ਰਦੇਸ਼ ਦੇ ਸਿਰਫ ਕੁਝ ਪਿੰਡ ਰਹਿ ਗਏ ਹਨ ਜਿੱਥੇ ਅੱਜ ਵੀ 50-100 ਸਿੱਖ ਲੀਗਲ ਸਿੱਖ ਹੈਗੇ ਨੇ, ਜੋ ਪਿੰਡਾਂ 'ਚ ਇੰਟੀਰੀਅਰ ਜੰਗਲਾਂ ਵਿੱਚ ਨੇ, ਉਹ ਜਿੱਥੇ ਉਹ ਬੰਦੂਕਾਂ ਅਲੱਗ-ਅਲੱਗ ਕਿਸਮ ਦੀਆਂ ਦੇਸੀ ਬਣਾਉਂਦੇ ਨੇ। ਸੋ ਉਹਨਾਂ ਨੂੰ ਪੁਲਿਸ ਰੈਗੂਲਰ ਤੰਗ ਕਰਦੀ ਹੈ, ਫੜਦੀ ਹੈ, ਅਰੈਸਟ ਹੁੰਦੇ ਨੇ, ਜ਼ਮਾਨਤਾਂ ਬੜੀ ਮੁਸ਼ਕਿਲ ਨਾਲ ਹੁੰਦੀਆਂ ਨੇ, ਇੱਕ ਬਣਾ ਰਿਹਾ ਹੁੰਦਾ 5 ਨੂੰ ਫੜ ਕੇ ਲੈ ਜਾਂਦੀ ਹੈ, ਹਰਾਸ ਕਰਦੀ ਹੈ ਲਗਾਤਾਰ। ਹੁਣ ਉਹਦੇ ਕਰਕੇ ਬਾਕੀ ਜਗ੍ਹਾ ਦੇ ਸਿੱਖ ਲੀਗਲ ਸਿੱਖ ਸਮਾਜ ਵੀ ਆਟੋਮੈਟਿਕਲੀ ਬਦਨਾਮ ਹੁੰਦਾ ਹੈ। ਦੂਜਾ, ਸਿੱਖ ਲੀਗਲ ਸਿੱਖ ਸਮਾਜ ਨੇ ਇੱਕ ਕੰਮ ਘੁਮੱਕੜ ਜਾਤੀਆਂ ਵਕਨ ਹੋਰ ਅਡਾਪਟ ਕੀਤਾ ਹੋਇਆ ਹੈ। ਜਿਵੇਂ ਭੋਪਾਲ ਤੋਂ ਹੀ ਸਿੱਖ ਲੀਗਲ ਸਿੱਖ ਨਿਕਲਦੇ ਹਨ, ਇੱਥੋਂ ਨਾਗਪੁਰ ਜਾਣਗੇ, ਉਹਨਾਂ ਨੇ ਨਾਗਪੁਰ ਆਪਣੀ ਮੋਟਰਸਾਈਕਲਾਂ ਖੜੀਆਂ ਕਰਦੇ ਹਨ, ਪਹਿਲੇ ਤੋਂ ਖੜੀਆਂ ਹੁੰਦੀਆਂ ਨੇ, ਨਾਗਪੁਰ ਤੋਂ ਹੋਲਸੇਲ ਵਿੱਚ ਚਾਦਰਾਂ ਕੰਬਲ ਖਰੀਦ ਕੇ ਉਹ ਮਹਾਰਾਸ਼ਟਰ ਦੇ ਇੰਟੀਰੀਅਰ ਪਿੰਡਾਂ ਵਿੱਚ ਜਾ ਕੇ ਚਾਦਰ ਕੰਬਲ ਵੇਚਦੇ ਹਨ। ਅੱਜ ਦੇ ਟਾਈਮ ਵਿੱਚ ਉਹਦੇ 'ਚ ਉਹਨਾਂ ਨੂੰ ਦਿੱਕਤ ਜਾ ਰਹੀ ਹੈ। ਜਿਸ ਤਰ੍ਹਾਂ ਪਿੰਡਾਂ 'ਚ ਅਫਵਾਹਾਂ, ਸ਼ਹਿਰਾਂ 'ਚ WhatsApp ਸੋਸ਼ਲ ਮੀਡੀਆ ਕਰਕੇ ਕਿਡਨੈਪਿੰਗ, ਬੱਚਿਆਂ ਦੀ ਕਿਡਨੈਪਿੰਗ ਦੀ ਅਫਵਾਹਾਂ ਫੈਲਦੀਆਂ ਹਨ, ਤੇ ਉਹ ਪਿੰਡਾਂ 'ਚ ਅੱਜ ਕੱਲ੍ਹ ਜਦੋਂ ਚਾਦਰ ਵੇਚਣ ਜਾਂਦੇ ਹਨ, ਕੰਬਲ ਵੇਚਣ ਜਾਂਦੇ ਹਨ, ਜੋ ਕਿ ਉਹਨਾਂ ਦਾ ਅੱਜ ਦੀ ਡੇਟ ਵਿੱਚ ਮੇਨ ਰੋਜ਼ਗਾਰ ਹੈ, ਉਹਨਾਂ ਨੂੰ ਉੱਥੇ ਦੇ ਲੋਕ ਵੀ ਪਿੰਡਾਂ ਤੋਂ ਦੌੜਾ ਦਿੰਦੇ ਹਨ, ਰਸਤੇ 'ਚ ਪੁਲਿਸ ਵੀ ਤੰਗ ਕਰਦੀ ਹੈ। ਸੋ ਹੁਣ ਉਹਦੇ ਤੋਂ ਵੀ ਉਹਨਾਂ ਨੂੰ ਉਸ ਚੀਜ਼ ਤੋਂ ਵੀ ਨਜਿੱਠਣਾ ਪੈ ਰਿਹਾ ਹੈ। ਜਦੋਂ ਅਸੀਂ ਗੁਜਰਾਤ ਦੀ ਗੱਲ ਕਰੀਏ, ਗੁਜਰਾਤ ਵਿੱਚ ਸਿੱਖ ਲੀਗਲ ਸਿੱਖਾਂ ਦਾ ਸਹੀ ਮਾਇਨੇ 'ਚ ਮੇਨ ਰੋਜ਼ਗਾਰ ਹੈ ਸੂਅਰ ਫੜਨਾ। ਉਹ ਜੰਗਲੀ ਸੂਅਰ ਫੜਦੇ ਹਨ, ਇਕੱਠੇ ਕਰਕੇ, ਜਦੋਂ ਇਕੱਠੇ ਖੂਬ ਸਾਰੇ ਹੋ ਜਾਂਦੇ ਹਨ, ਟਰੱਕਾਂ ਤੇ ਲੋਡ ਕਰਕੇ ਉਹ ਵੱਡੇ ਸ਼ਹਿਰਾਂ ਵਿੱਚ ਸਲੌਟਰ ਹਾਊਸਿਸ ਵਿੱਚ ਵੇਚ ਦਿੰਦੇ ਹਨ। ਮਹਾਰਾਸ਼ਟਰ ਵਿੱਚ ਵੀ ਜੰਗਲੀ ਸੂਅਰ ਫੜਨ ਦਾ ਸਿੱਖ ਲੀਗਲ ਸਿੱਖ ਕਾਫੀ ਸਾਰੇ ਕੰਮ ਕਰਦੇ ਹਨ, ਔਰ ਉਹਨਾਂ ਦੀ ਦੇਖੋ ਫਿਜ਼ੀਕਲ ਤਾਕਤ ਦੱਸਾਂ, ਬਹੁਤ ਸਾਰੀ ਵੀਡੀਓਜ਼ ਆਉਂਦੀਆਂ ਹਨ ਕਿ ਜੰਗਲੀ ਸੂਅਰ ਨੂੰ ਬੜੇ ਮੋਟੇ ਜਾਲ ਬਣਾ ਕੇ ਉਹ ਫੜਦੇ ਨੇ ਜੰਗਲਾਂ ਤੋਂ, ਖੇਤਾਂ ਤੋਂ, ਤੇ ਜੰਗਲੀ ਸੂਅਰ ਨੂੰ ਉਹ ਬਿਨਾਂ ਕੋਈ ਰੱਸੀ ਬੰਨੇ ਤਕਰੀਬਨ 80-90 ਕਿਲੋ ਦਾ ਜੰਗਲੀ ਸੂਅਰ ਖੁੰਖਾਰ, ਉਹਨੂੰ ਸਿੱਖ ਲੀਗਲ ਸਿੱਖ ਮੁੰਡੇ ਆਪਣੇ ਮੋਢਿਆਂ ਤੇ ਚੁੱਕ ਕੇ 200 ਕਦਮ ਪੈਦਲ ਚੱਲ ਕੇ ਆਟੋ ਵਿੱਚ ਸੁੱਟਦੇ ਹਨ। ਇੰਨੀ ਉਹਨਾਂ 'ਚ ਤਾਕਤ ਸਿੱਖ ਲੀਗਲ ਸਿੱਖ ਮੁੰਡਿਆਂ 'ਚ ਹੈਗੀ ਹੈ, ਫਿਜ਼ੀਕਲੀ ਇੰਨੇ ਸਟਰੋਂਗ ਨੇ। ਲੇਕਿਨ ਗੱਲ ਸਿਰਫ ਫਿਜ਼ੀਕਲ ਸਟਰੋਂਗ ਨਾਲ ਨਹੀਂ ਬਣ ਰਹੀ, ਪੜ੍ਹਾਈ ਦਾ ਰੁਝਾਨ ਵੀ ਘੱਟ ਹੈ। ਦੂਜੀ ਇੱਕ ਇੰਪੋਰਟੈਂਟ ਗੱਲ, ਸਿਰੋਂ ਸਾਬਤ ਸੂਰਤ ਨੇ, ਦੁਮਾਲੇ ਸਜਾਏ ਹੋਏ ਨੇ, ਲੇਕਿਨ ਗੁਰਸਿੱਖੀ ਦੀ ਸਮਝ, ਬਾਣੀ ਪੜ੍ਹਨੀ, ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਹਜ਼ਾਰਾਂ ਡੇਰੇ ਹਨ, ਮਹਾਰਾਸ਼ਟਰ ਦੀ ਵੀ ਗੱਲ ਕਰੀਏ, ਇੰਡੀਆ ਵਿੱਚ ਸਭ ਤੋਂ ਜ਼ਿਆਦਾ ਸਿੱਖ ਲੀਗਲ ਸਿੱਖਾਂ ਦੀ ਗਿਣਤੀ ਮਹਾਰਾਸ਼ਟਰ ਵਿੱਚ ਹੈ, ਲੇਕਿਨ ਮੋਸਟਲੀ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਉਹਨਾਂ ਨੇ ਆਪ ਹੀ ਛੋਟੇ ਗੁਰਦੁਆਰੇ
एक एक कमरे दे बनाए हैं, वो भी सब जगह ते नहीं हैं। कई जगह ते कुछ संस्थावां ने गुरुद्वारे बनवा के दिते हैं। हुण एक पासों दसां कि हजूर साहब तो सिर्फ 1 घंटे के रस्ते ते जालना शहर है, वड्डा सिखलीगढ़ सिख डेरा वड्डा है, मतलब 150 परिवार ने उत्थे। लेकिन सिर्फ 1-2 सिखलीगढ़ सिख ने जिन्होंने पंजाबी पढ़नी आती है। बड़े टाइम तो कोशिश कर रहे हैं कि वो ही यह ड्यूटी ले लैन कि बच्चों को पंजाबी पढ़ान, गुरबानी नाल जोड़न, सिख इतिहास नाल जोड़न, लेकिन जालना में पर्टिकुलर हाले नहीं शुरू कर सके। पंजाब की गल करिए, जिहड़ा साडा धुरा है, उत्थे दे ज़्यादातर सिखलीगढ़ सिख अज भी ईवन पंजाब विच, उत्तर प्रदेश विच, हरियाणा विच अज भी ज़्यादातर की मेकर मतलब ताले चाबियां का काम करते हैं। पिंडां तोड़ते हैं, कोई जलंधर शहर रोज जाता 1-1 घंटे का सफर करके दिन भर अपनी गुमटी ते ताले चाबियां का काम करना है। गड्डियां दे भी अजकल चाबियां बनाते हैं, भावें वो कंप्यूटराइज चाबियां बननियां होण, वो भी वो बनाते हैं, सारी कोडिंग करके भी देंदे हैं। लेकिन उन्हों का मेन रोजगार ताले चाबियां का है। दिल्ली के कोल गुड़गांव विच, सिर्फ गुड़गांव विच 250 सिखलीगढ़ सिख मुंडे अपनी गुमटियां छोटी छोटी दुकानें लगा के ताले चाबियां का काम कर रहे हैं। घरां दीयां चाबियां दरवाजियां दीयां गवाच जान, कार दी चाबी गवाच जाए, कार दे अंदर रह जाए, वो चाबियां बनाते हैं और वापस कुछ दिनों बाद अपने पिंडां विच, हरियाणा विच, उत्तर प्रदेश, पंजाब फेरे मारते रहते हैं। लेकिन मोस्टली नूं पंजाबी नहीं आती। ईवन पंजाब के सिखलीगढ़ सिखां की भी असी गल करिए, पंजाबी क्योंकि पंजाब विच रहिंदे हन, पंजाबी बोलते हैं, लेकिन उत्थे भी ईवन उन्हां दे डेरिया की जो बद तो बदतर हालत है, साडी मोस्टली संस्थावां ने या साडी प्रबंधक कमेटियां ने उन्हां दी बांह नहीं फड़ी। उन्हां जिथे गरीबी ते है, गुरबानी नाल भी इस करके वो नहीं जोड़ पा रहे, क्योंकि उन्हां दे बच्चियां नूं भी गुरबानी नाल सिख इतिहास नाल जोड़न दी उपराले नहीं कीती जा रहे। हुण साडी एक संस्था होर है, सिमरन एजुकेशन सेवा सोसाइटी, भोपाल तो असीं शुरू की, तकरीबन 25 मैंबर हाँ असीं उहदे अंदर। साडी संस्था के प्रेजिडेंट रिटायर्ड कर्नल सुरिंदरपाल सिंह खुराना ने दास कत्तर के बतौर सेवा कर रहा है, जिथे असी बहुत सारे भोपाल के आस पास के बच्चों की स्कूल एजुकेशन से काम शुरू किया। नाल एक चीज़ होर महसूस हुई, क्योंकि स्कूल एजुकेशन वास्ते फंड्स बहुत ज़्यादा चाहिए हैं, उस करके लिमिटेशनस आ जांदियां हैं। सो दूजा एक उपराला नाल शुरू किया कि बच्चों को गुरमत नाल जोड़ना है। तो फिर असी मध्य प्रदेश, महाराष्ट्र, करनाटका, तेलंगाना, उत्तर प्रदेश ते हुण हरियाणा और पंजाब विच भी शुरू कर रहे हैं। इस टाइम तकरीबन 80 पिंडां दे अंदर बच्चों की गुरमत क्लासां लगा रहे हैं। और यह गुरमत क्लासां जरूरी नहीं कि गुरुद्वारे लगन, बड़ी जगह ते गुरुद्वारे नहीं ने, तो उन्हां दे कच्चे घरां विच गुरमत क्लासां लग रही हैं। और एक और खासियत है गुरमत क्लासां दी कि तकरीबन 20 जगह ते सिख जिहड़ी सिखलीगढ़ सिख बच्चियां ने उन्हां कोलों क्लासेस लगवा रहे हैं। उहदा उन्हां नूं बेनिफिट हुंदा है, क्योंकि असीं ये सारी गुरमत क्लासां वास्ते जो भी बच्चियां नूं पंजाबी पढ़ांदा है, बानी नाल जोड़दा है, सिख इतिहास पढ़ांदा, गुरमत क्लास का टीचर हुंदा है, उन्होंने असी 1-1.5 घंटे की रोज क्लास होती है। असी 3000 रुपये महीना संस्था वालों उन्होंने एज अ सैलरी दे दी है। बाकी बच्चों को जो किताबां हर महीने कॉपियां वगैरह भेजना, वो सारा संस्था भोपाल तो असी भेजने। तो तकरीबन 20 ते लड़कियां घरां दे अंदर है बच्चों की गुरमत क्लासां लगा रही हैं। तो हुण पंजाब भी उपराला शुरू करन लगे हैं कि घट्टो घट 20-25 पिंडां विच भी बच्चों की गुरमत क्लासां शुरू करिए। 2-4 हरियाणा के पिंडां विच भी शुरू कर दित्तियां हन। हुण यह गुरमत क्लासेस कायदे सिखलीगढ़ के हर डेरे ते लगनियां चाहिदियां हन, उत्थे गुरुद्वारा है या नहीं है। क्योंकि अगर असी इस जनरेशन नूं जिहड़ी हुण बच्चे हैं इन्हां नूं गुरमत नाल नहीं जोड़िया, ते आस पास का जो उन्हां नूं माहौल मिल रहा है, हुण तक वो साबत सूरत हैं, सिक्खी नाल जुड़े हुए हैं, लेकिन आने वाला वक्त उन्हां वास्ते भी औखा है। वो कुराए पैंदे चले जाएंगे और उन्हां नूं फिर सानूं संभालना बहुत मुश्किल हो जाएगा।
लेकिन जदों असीं हज़ारां डेरियां दी गल करनी आ, कित्थे गुरमत क्लासां लगानियां ने, ते उहदे वास्ते उन्ने फंड्स भी चाहिए हैं। हुण जिवें असीं गुरमत क्लासां लगाने आ ते असीं रेगूलर वीडियोज़ भी बुलवाने आ, जिथे कॉपियां दी फोटोग्राफ्स भी खिचवा के बुलवाने आ, देखण वास्ते बच्चियां दी प्रोग्रेस की है, फोन ते मॉनिटरिंग करी दी है, टीचर्स नाल रेगूलर गल करदे आ, वीडियोज़ तो जो बच्चियां नूं याद कराया जा रहा, की प्रोग्रेस चल रही, वो देखने आ, ते नाल ही वो वीडियोज़ उन्हां नाल भी शेयर करने आ जो सानू ਇਹ ਗੁਰਮਤ ਕਲਾਸਾਂ ਵਾਸਤੇ ਆਪਣੇ ਵੱਲੋਂ ਸੇਵਾ ਦਿੰਦੇ ਨੇ, ਜੋ ਟੀਚਰਸ ਨੂੰ ਤਨਖਾਹਾਂ ਦੇਣੀਆਂ ਹੁੰਦੀਆਂ ਹਨ। ਉਹਨੇ ਈਵਨ ਉਸ ਕਰਕੇ ਅਸੀਂ ਕਈ ਜਗ੍ਹਾ ਮੋਬਾਈਲ ਫੋਨਸ ਵੀ ਖਰੀਦ ਕੇ ਦਿੱਤੇ ਹਨ ਤਾਂ ਕਿ ਉਹ ਬੱਚਿਆਂ ਦੀ ਗੁਰਮਤ ਕਲਾਸਿਸ ਦੀ ਵੀਡੀਓ ਬਣਾ ਸਕਣ, ਫੋਟੋਗ੍ਰਾਫਸ ਖਿੱਚ ਸਕਣ। ਉਹਨੇ ਪ੍ਰੋਜੈਕਟ ਇਹ ਬਹੁਤ ਵੱਡਾ, ਕੌਮ ਨੂੰ ਇਹਨਾਂ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਅਸੀਂ ਅਗਰ 2-2.5 ਕਰੋੜ ਦੀ ਪੂਰੀ ਸਿੱਖ ਕੌਮ ਦੀ ਗੱਲ ਕਰਨੀ ਆ ਐਕਚੁਅਲ, ਤੇ ਉਹਦੇ ਅੰਦਰ ਇਹਨਾਂ ਦੀ ਗਿਣਤੀ ਤਕਰੀਬਨ 10% ਹੈ, ਤੇ ਇਹ 10% ਇਹਨਾਂ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਦੇਖੋ ਉਹ ਆਪਣੇ ਵੱਲੋਂ ਕੁਝ ਨਾ ਕੁਝ ਛੋਟੇ ਉਦਮ ਕਰਦੀ ਹਨ। ਇੱਕ ਇੰਟਰਸਟਿੰਗ ਚੀਜ਼ ਮੈਂ ਸਿੱਖਲੀਗੜ੍ਹ ਸਿੱਖਾਂ ਦੇ ਉਦਮ ਦੀ ਸ਼ੇਅਰ ਕਰਾਂ ਕਿ ਉਹਨਾਂ ਨੇ ਆਪਣੀ ਛੋਟੀ ਦਸਵੰਧ ਸੇਵਾਵਾਂ ਪ੍ਰਾਰੰਭ ਕੀਤੀਆਂ ਹੋਈਆਂ ਹਨ। ਕਿਸੇ ਪਿੰਡ ਵਿੱਚ ਸਿੱਖਲੀਗੜ੍ਹ ਸਿੱਖ ਬਿਮਾਰ ਹੁੰਦਾ ਹੈ ਤੇ ਇਸ ਦਸਵੰਧ ਸੇਵਾਵਾਂ WhatsApp ਤੇ ਮੈਸੇਜ ਫਲੋਟ ਕਰਦੀਆਂ ਹਨ, ਫਲਾਣੇ ਪਿੰਡ ਵਿੱਚ ਫਲਾਣਾ ਸਿੱਖਲੀਗੜ੍ਹ ਸਿੱਖ ਬਿਮਾਰ ਹੈ, ਜੋ ਵੀ ਸੇਵਾ ਦੇ ਸਕਦੇ ਹੋ ਦਿਓ। तो सिखलीगढ़ सिख आपस में ही खुद ही कोई 100 रुपए देता है, कोई 50 देता है, कोई 200, कोई 500, इस तरह कर कुरा के जिन्ने भी फंड्स इकट्ठे हो सकन वो इकट्ठे करके जिहदा इलाज होना हुंदा उन्होंने देंदे हैं। लेकिन फिर भी यह बहुत थोड़े लेवल ते हो पाता है। बीमार भी बहुत सारे हुंदे हैं, कच्चे घरां ते सारे ही रह रहे हैं मोस्टली, ते कौम नूं उद्यम बड़े मल्टी डायमेंशनल तौर ते करने पैणगे, भावें उन्हां दी एजुकेशन होए, भावें रोजगार होए, मैडिकल ट्रीटमेंट होण, या धार्मिक पक्ष तो गुरमत नाल जोड़न दे उपराले करने होण। हुण गुजरात विच सिखलीगढ़ सिखां ने आप खुद अपनी कमाई नाल 25 गुरुद्वारे बनाए, लेकिन उन्हां दा कहना है कि असीं भाई साहब की तनख्वाह नहीं दे सकदे, कमरा बनाया उत्थे आके ठहरा सकने आ। हुण भाई साहब रखना मतलब घट्टो घट्ट 10 ਤੋਂ 15,000 महीने की तनख्वाह चाहिए है, ਤੇ ਅਸੀਂ ਉੱਥੇ ਫਿਰ ਲੱਭ ਰਹੇ ਹਾਂ ਕਿ ਸਾਨੂੰ ਬੰਦੇ ਮਿਲਣ ਜਿਹੜੇ ਉੱਥੋਂ ਦੇ ਕੋਈ ਨੇੜੇ ਦੇ, ਭਾਵੇਂ ਦੂਜੇ ਗੁਰਦੁਆਰੇ ਦੇ ਭਾਈ ਸਾਹਿਬ ਹੋਣ ਜਾਂ ਉਹ ਸਿਖਲੀਗੜ੍ਹ ਸਮਾਜ ਦਾ ਕੋਈ ਲੜਕਾ ਜਾਂ ਲੜਕੀ ਹੋਏ ਜਿਹੜਾ ਬੱਚਿਆਂ ਨੂੰ ਪੜ੍ਹਾ ਸਕੇ, ਤੇ ਅਸੀਂ ਉਹਨੂੰ 3000 ਤਨਖਾਹ ਦੇ ਕੇ ਗੁਰਮਤ ਕਲਾਸਾਂ ਲਗਵਾ ਸਕੀਏ, ਕਿਉਂਕਿ ਇੱਕ ਜਗ੍ਹਾ ਤੇ 10-15 ਹਜ਼ਾਰ ਭਾਈ ਸਾਹਿਬ ਦੀ ਸੈਲਰੀ ਦੇਣਾ ਸਾਡੇ ਵਾਸਤੇ ਵੀ ਪੋਸੀਬਲ ਨਹੀਂ ਹੁੰਦਾ। ਕੌਮ ਨੂੰ ਇਸ ਪਾਸੇ ਕਦਮ ਪੁੱਟਣੇ ਪੈਣਗੇ, ਉਹਦੇ ਬਿਨਾਂ ਅਸੀਂ ਆਪਣੀ ਕੌਮ ਦੀ ਡਿਵੈਲਪਮੈਂਟ ਨਹੀਂ ਕਰ ਸਕਦੇ। ਹੁਣ ਮੈਂ ਗੱਲ ਕਰਾਂਗਾ ਵਣਜਾਰੇ ਸਿੱਖਾਂ ਦੀ। ਸਿਖਲੀਗੜ੍ਹ ਸਿੱਖ 15-16 ਲੱਖ ਕਹਿ ਰਿਹਾ, ਲੇਕਿਨ ਵਣਜਾਰਿਆਂ ਦੀ ਗੱਲ ਕਰਾਂ ਤੇ ਬੜੇ ਇੰਟਰਸਟਿੰਗ ਹੈਰਾਨੀ ਵਾਲੇ ਫਿਗਰ ਨੇ ਔਰ ਅਥੈਂਟਿਕ ਫਿਗਰ ਦੱਸ ਰਿਹਾ ਕਿ ਇੰਡੀਆ ਦੇ ਅੰਦਰ ਵਣਜਾਰਿਆਂ ਦੀ ਗਿਣਤੀ ਅਪਰੋਕਸੀਮੇਟਲੀ 6 ਕਰੋੜ ਹੈ, ਲੇਕਿਨ ਅਨਫੋਰਚੂਨੇਟਲੀ 6 ਕਰੋੜ ਚੋਂ 1% ਵੀ ਮੈਂ ਬਹੁਤ ਜ਼ਿਆਦਾ ਕਹਿਤਾ, 1% ਦਾ 5ਵਾਂ ਹਿੱਸਾ ਸਿਰਫ ਸਾਬਤ ਸੂਰਤ ਨੇ। मतलब ਉਹ ਵਣਜਾਰੇ ਜਿਨ੍ਹਾਂ ਦਾ ਉਹ ਮਹਾਨ ਇਤਿਹਾਸ, ਭਾਈ ਲੱਖੀ ਸ਼ਾਹ ਵਣਜਾਰੇ ਦੀ ਗੱਲ ਕਰੀਏ, ਭਾਈ ਮਨੀ ਸਿੰਘ ਜੀ ਦੀ ਗੱਲ ਕਰੀਏ ਜਿਨ੍ਹਾਂ ਦੇ ਪਰਿਵਾਰ ਦੇ 50 ਤੋਂ ਵੱਧ ਮੈਂਬਰ ਸ਼ਹੀਦ ਸਨ, ਜਾਂ ਭਾਈ ਭਗਵੰਤ ਸਿੰਘ ਬੰਗੇਸ਼ਵਰੀ ਜੋ ਕਿ ਭਾਈ ਮਨੀ ਸਿੰਘ ਜੀ ਦੇ ਕਜ਼ਨ ਬ੍ਰਦਰ ਸਨ, ਨਾਲ ਹੀ ਉਹਨਾਂ ਦੇ ਭਾਈ ਬਾਜ ਸਿੰਘ ਜੀ ਜੋ ਕਿ ਭਾਈ ਭਗਵੰਤ ਸਿੰਘ ਬੰਗੇਸ਼ਵਰੀ ਜੀ ਦੇ ਸਕੇ ਭਰਾ ਸਨ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਸ਼ਹੀਦ ਹੋਏ। ਮਤਲਬ ਜਿਹੜੇ ਵਣਜਾਰੇ ਗੁਰੂ ਸਾਹਿਬ ਦੇ ਨਾਲ ਇੰਨੇ ਵੱਡੇ ਤੌਰ ਤੇ ਜੁੜੇ ਹੋਏ ਸਨ, ਜਿਨ੍ਹਾਂ ਨੇ ਇੰਨੀਆਂ ਵੱਡੀਆਂ ਸ਼ਹੀਦੀਆਂ ਦਿੱਤੀਆਂ, ਜੰਗਾਂ ਲੜੀਆਂ, ਔਰ ਇੱਕ ਜ਼ਮਾਨੇ ਜੋ ਕਿ ਬਹੁਤ ਵੱਡੇ ਵਪਾਰੀ ਵੀ ਸਨ, ਅੱਜ ਉਹ ਵਣਜਾਰੇ ਮੋਸਟਲੀ ਲੈਂਡਲੈਸ ਲੇਬਰਰਸ ਨੇ ਪਿੰਡਾਂ ਦੇ ਅੰਦਰ। ਔਰ ਤਕਰੀਬਨ ਪੰਜਾਬ, ਹਰਿਆਣਾ, ਦਿੱਲੀ ਦੀ ਗੱਲ ਕਰੀਏ, MP, ਮਹਾਰਾਸ਼ਟਰ, ਕਰਨਾਟਕਾ, ਤੇਲੰਗਾਨਾ, ਸਾਰੇ ਪਾਸੇ ਇਹ ਵਣਜਾਰੇ ਹੈਗੇ ਨੇ। ਇਹ ਸਾਰੀ ਸਟੇਟਸ ਵਿੱਚ, ਤਮਿਲਨਾਡੂ ਮਿਲਾ ਕੇ, ਉੱਤਰ ਪ੍ਰਦੇਸ਼ ਵੀ, ਇਹਨਾਂ ਦੇ ਅੰਦਰ ਜਿਹੜੇ ਵਣਜਾਰੇ ਨੇ ਸਿਰੋਂ ਸਾਫ਼ ਨੇ। ਬਸ ਇੱਕੋ ਚੀਜ਼ ਇਹਨਾਂ ਨੂੰ ਸਿੱਖੀ ਨਾਲ ਜੁੜੀ ਹੋਈ ਹੈ ਕਿ ਅੱਜ ਵੀ ਇਹਨਾਂ ਦੇ ਘਰਾਂ ਦੇ ਅੰਦਰ ਜਦੋਂ ਵਿਆਹ ਹੁੰਦੇ ਹਨ ਤੇ ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਜਿਹੋ ਜੀ ਟੁੱਟੀ ਫੁੱਟੀ ਅਰਦਾਸ ਆਉਂਦੀ ਹੈ, ਉਹ ਅਰਦਾਸ ਕਰਕੇ 1 ਰੁਪਈਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਕੱਢ ਕੇ ਫਿਰ ਵਿਆਹ ਕਰਦੇ ਨੇ। ਕੌਮ ਨੇ
ਇਹਨਾਂ ਵਿੱਚ ਪ੍ਰਚਾਰ ਨਹੀਂ ਕੀਤਾ, ਇਹਨਾਂ ਨੂੰ ਜੋੜਨ ਦੇ ਉਪਰਾਲੇ ਨਹੀਂ ਕੀਤੇ। ਨਤੀਜਾ ਕੀ ਹੈ, 6 ਕਰੋੜ ਵਣਜਾਰੇ ਸਾਡੇ ਕੋਲੋਂ ਦਿਨ ਬ ਦਿਨ ਦੂਰ ਹੁੰਦੇ ਚਲੇ ਜਾ ਰਹੇ ਨੇ। ਇਹਨਾਂ ਤੇ ਕੌਮ ਨੇ ਸਿਰਫ ਇੱਕੋ ਕੰਮ ਕੀਤਾ, ਉਹ ਕੀ ਸੀ ਕਿ ਹਰ ਸਾਲ ਭਾਵੇਂ ਉਹ ਪੰਜਾਬ ਦੇ ਮਿਸ਼ਨਰੀ ਕਾਲਜਸ ਹੋਣ ਜਾਂ ਹਜ਼ੂਰ ਸਾਹਿਬ ਵਾਲੇ ਹੋਣ, ਉਹ ਕੁਝ ਪਿੰਡਾਂ ਤੋਂ 100-150 ਵਣਜਾਰੇ ਬੱਚਿਆਂ ਨੂੰ ਆਪਣੇ ਕਾਲਜਸ ਵਿੱਚ ਲੈ ਜਾਂਦੇ ਹਨ। ਉਹ 2 ਸਾਲ 3 ਸਾਲ ਦੇ ਕੋਰਸਿਸ ਕਰਕੇ ਪਾਠੀ ਸਿੰਘ, ਗੁਰਦੁਆਰੇ ਦੇ ਸੇਵਾਦਾਰ, ਗੁਰਦੁਆਰੇ ਦੇ ਗ੍ਰੰਥੀ ਸਿੰਘ, ਰਾਗੀ ਜਥੇ ਬਣ ਜਾਂਦੇ ਹਨ। ਸਿਰਫ ਉਹਨੇ ਕੋ ਸਿੱਖ ਸਜਦੇ ਹਨ ਤੇ ਜਾਂ ਅੱਗੋਂ ਉਹਨਾਂ ਦੇ ਜਿਹੜੇ ਫਿਰ ਉਹ ਵਿਆਹ ਹੁੰਦੇ ਹਨ ਤੇ ਉਹਨਾਂ ਦੇ ਪਰਿਵਾਰ ਅੱਗੋਂ ਸਿੱਖ ਬਣਦੇ ਹਨ। ਲੇਕਿਨ ਇਹ ਜਿਹੜੇ ਪਾਠੀ ਸਿੰਘ, ਗ੍ਰੰਥੀ ਸਿੰਘ ਬੰਦੇ ਆ, ਇਹਨਾਂ ਦੇ ਪਿਛੋਕੜ ਪਰਿਵਾਰ ਵੀ ਜਿਹੜੇ ਨੇ ਉਹ ਸਿੱਖੀ ਨਾਲ ਨਹੀਂ ਜੁੜੇ ਹੋਏ। ਉਹਦੇ ਬਹੁਤ ਵੱਡੀ ਕਮੀ ਸਾਡੀ ਜਿਵੇਂ ਗੁਰਦੁਆਰਿਆਂ ਸੇਵਾਦਾਰੀ ਨੇ, ਭਾਈ ਸਾਹਿਬ ਹੀ ਨੇ, ਹੁਣ ਉਹਨਾਂ ਦੀ ਡਿਵੈਲਪਮੈਂਟ ਹੋ ਹੀ ਨਹੀਂ ਰਹੀ। ਸੇਵਾਦਾਰ ਅਨਪੜ੍ਹ, ਉਹਨਾਂ ਨੂੰ ਸਿਰਫ ਓਨੀ ਤਨਖਾਹ ਦਿੱਤੀ ਜਾਂਦੀ ਹੈ ਕਿ ਉਹ ਸਿਰਫ ਜੀ ਸਕੇ, ਉਹਦੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ। ਤੇ ਉਹਦੇ ਅੱਗੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰ ਨੇ ਪਿੰਡਾਂ ਵਿੱਚ, ਉਹਨਾਂ ਨੂੰ ਇਹ ਸੇਵਾਦਾਰਾਂ ਦੀ ਡਿਵੈਲਪਮੈਂਟ ਹੀ ਨਹੀਂ ਦਿਖਦੀ। ਉਹਨਾਂ ਨੂੰ ਉਹਨਾਂ ਦੀ ਸੇਵਾਦਾਰਾਂ ਦੀ ਡਿਵੈਲਪਮੈਂਟ ਦਿਖੇ ਤੇ ਉਹ ਵੀ ਖੁਸ਼ ਹੋ ਕੇ ਸੋਚਣ ਚਲੋ ਅਸੀਂ ਵੀ ਸਿੰਘ ਸੱਜ ਜਾਈਏ। ਤੇ ਨਾ ਹੀ ਅਸੀਂ ਇਹ ਪਿੰਡਾਂ ਵਿੱਚ ਇਹਨਾਂ ਵਾਸਤੇ ਪ੍ਰਚਾਰ ਕਰ ਰਹੇ ਹਾਂ, ਜਦਕਿ ਉਹ ਗੁਰੂ ਸਾਹਿਬ ਨਾਲ ਜੁੜੇ ਹੋਏ ਹਨ। ਜਿੱਥੇ ਵੀ ਪ੍ਰਚਾਰ ਥੋੜਾ ਬਹੁਤ ਹੋਇਆ ਉੱਥੇ ਉਹ ਗੁਰਸਿੱਖੀ ਨਾਲ ਜੁੜਦੇ ਪਏ ਆ। ਲੇਕਿਨ ਅਗੇਨ ਕੌਮ ਦੀ ਕਮੀ ਕਿ ਅਸੀਂ ਆਪਣੇ ਆਪ ਨੂੰ, ਭਾਵੇਂ ਉਹ ਵੱਡੇ ਰੂਪ ਵਿੱਚ ਗੁਰਪੁਰਬ ਹੋਣ, ਵੱਡੇ ਕੀਰਤਨ ਦੀਵਾਨ, ਸੜਕਾਂ ਤੇ ਲੰਗਰ, ਸਾਡਾ ਧਿਆਨ ਸਾਰਾ ਸ਼ੋਸ਼ੇਬਾਜ਼ੀ ਚਰੌਲੇ ਗੋਲੇ 'ਚ। ਅਸੀਂ ਕੌਮ ਦੀ ਇੰਨੀ ਵੱਡੀ ਗਿਣਤੀ 5-6 ਕਰੋੜ ਕਹਿ ਦੇਣਾ ਬਹੁਤ ਆਸਾਨ ਹੈ, ਉਹਨਾਂ ਨੂੰ ਨਹੀਂ ਜੋੜ ਰਹੇ। ਜਦਕਿ ਵਣਜਾਰਿਆਂ ਦੀ ਅਗਰ ਗੱਲ ਕਰੀਏ, ਉਹਨਾਂ ਨੂੰ ਉਹ ਡਿਵੈਲਪ ਹੋਣ ਵਾਸਤੇ ਉਹ ਮਿਹਨਤੀ ਵੀ ਨੇ, ਉਹ ਪੜ੍ਹਨ ਲਿਖਣ ਨੂੰ ਵੀ ਤਿਆਰ ਨੇ, ਉਹ ਉਡੀਕ ਰਹੇ ਨੇ ਕਿ ਅਸੀਂ ਉਹਨਾਂ ਨੂੰ ਜੋੜੀਏ। ਜਿੱਥੇ ਵੀ ਕਿਤੇ ਬਾਂਹ ਫੜੀ ਜਾਂਦੀ ਹੈ ਉਹਦਾ ਬਹੁਤ ਅੱਛਾ ਰਿਸਪੌਂਸ ਮਿਲਦਾ ਹੈ, ਲੇਕਿਨ ਬਾਂਹ ਹੀ ਬਹੁਤ ਥੋੜੀ ਜਗ੍ਹਾ ਫੜੀ ਜਾ ਰਹੀ ਹੈ। ਹੁਣ ਵਣਜਾਰਿਆਂ ਦੀ ਅੱਜ ਵੀ ਉਹਨਾਂ ਦੀ ਥਾਵਾਂ ਨੂੰ ਟਾਂਡਾ ਹੀ ਕਿਹਾ ਜਾਂਦਾ ਹੈ। 1-2 ਸਟੇਟਸ ਨੇ ਤੇ ਉਹਨਾਂ ਦੇ ਟਾਂਡਾ ਡਿਵੈਲਪਮੈਂਟ ਕਾਰਪੋਰੇਸ਼ਨ ਵੀ ਬਣਾਈਆਂ ਨੇ, ਔਰ ਇਹ ਵਣਜਾਰਿਆਂ ਨੂੰ ਅਲੱਗ-ਅਲੱਗ ਸਟੇਟ ਵਾਈਜ਼ ਉਹ ਅਦਰ ਬੈਕਵਰਡ ਕਾਸਟ, ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਵਿੱਚ ਵੀ ਰੱਖਿਆ ਜਾਂਦਾ ਹੈ। ਲੇਕਿਨ ਇਹਨਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਉਸ ਤਰੀਕੇ ਨਾਲ ਨਹੀਂ ਹੋ ਰਹੀ। ਸਭ ਤੋਂ ਸਾਡੇ ਵਾਸਤੇ ਡਿਵੈਲਪਮੈਂਟ ਬਹੁਤ ਇੰਪੋਰਟੈਂਟ ਹੈ, ਉਹਨਾਂ ਦਾ ਸਿੱਖੀ ਦੀ ਮੁੱਖ ਧਾਰਾ ਚ ਆਉਣਾ। ਲੇਕਿਨ ਸਾਡੇ ਵੱਲੋਂ ਲਿਟਰਲੀ ਨੈਗਲੀਜੀਬਲ ਨੇ। ਗੁਰਦੁਆਰਿਆਂ ਦੇ ਅੰਦਰ ਉਹਨਾਂ ਨੂੰ ਉਹ ਰਿਸਪੌਂਸ ਹੀ ਨਹੀਂ ਮਿਲਿਆ ਕਿ ਉਹ ਆਪਣੇ ਪਰਿਵਾਰਾਂ ਨੂੰ ਹੋਰ ਮੋਟੀਵੇਟ ਕਰ ਸਕਣ। ਹੁਣ ਗੱਲ ਕਰਾਂਗਾ ਮੈਂ ਪੰਜਾਬ ਦੀ ਸਿੱਖ ਪੋਪੂਲੇਸ਼ਨ 2011 ਦੇ ਸੈਂਸਸ ਵਿੱਚ 1 ਕਰੋੜ 60 ਲੱਖ ਸੀ। ਅਗਰ ਅਸੀਂ 2001 ਤੋਂ 2011 ਦਾ ਸੈਂਸਸ ਹੀ ਦੇਖਨੇ ਆ, 1 ਕਰੋੜ 45 ਲੱਖ ਸੀ 2001 ਵਿੱਚ, 2011 ਚ 1 ਕਰੋੜ 60 ਲੱਖ ਹੋਈ। ਲੇਕਿਨ ਅਗਰ ਪਰਸੈਂਟੇਜ ਦੇਖੀਏ ਤੇ ਤਕਰੀਬਨ 3% ਸਾਡੀ ਪੋਪੂਲੇਸ਼ਨ ਘਟੀ 11 ਵਿੱਚ, ਔਰ ਅੱਗੋਂ ਤੇ ਸ਼ਾਇਦ ਅਸੀਂ 10% ਘਟਣ ਦੇ ਪੂਰੀ ਉਮੀਦ ਵਿੱਚ ਬੈਠੇ ਹਾਂ। ਅੱਗੋਂ ਜਦੋਂ ਵੀ ਹੁਣ ਸੈਂਸਸ ਹੋਣੇ ਨੇ ਸਾਡੀ ਪੋਪੂਲੇਸ਼ਨ 10% ਡਿਕਰੀਜ਼ ਹੋਣੀ ਹੈ। ਈਸਾਈ ਪੋਪੂਲੇਸ਼ਨ ਵੀ ਵਧਣੀ ਔਰ ਹਿੰਦੂਆਂ ਦੀ ਪੋਪੂਲੇਸ਼ਨ ਵੀ। ਅਗਰ 2001 ਔਰ 2011 ਦਾ ਸੈਂਸਸ ਦੇਖੀਏ ਤੇ ਹਿੰਦੂਆਂ ਦੀ ਪੋਪੂਲੇਸ਼ਨ ਪੰਜਾਬ ਵਿੱਚ 18% ਇਨਕਰੀਜ਼ ਸਾਈਡ ਤੇ ਵੇ, ਸਾਡੀ 3% ਡਿਕਰੀਜ਼ ਸਾਈਡ ਤੇ ਵੇ। ਹੁਣ ਪੰਜਾਬ ਵਿੱਚ ਸਿੱਖ ਪੋਪੂਲੇਸ਼ਨ ਨੂੰ ਐਕਚੁਅਲ ਪ੍ਰੈਕਟੀਕਲੀ ਜਾਤਾਂ 'ਚ 3 ਹਿੱਸਿਆਂ 'ਚ ਵੰਡਿਆ ਗਿਆ ਹੈ। ਜੱਟ ਅਰੋੜੇ 33%, ਰਾਮਗੜੀਏ, ਸੈਣੀ, ਵਣਜਾਰੇ 33% ਤੇ ਮਜ਼੍ਹਬੀ ਔਰ ਰਵਿਦਾਸੀ 32-33%। ਸਾਡੀ ਕੌਮ ਦੀ ਮਤਲਬ ਅਸੀਂ ਪੰਜਾਬ ਵਿੱਚ ਆਪਣੀ ਹਾਲਤ ਕਰ ਲਈ ਕਿ ਅਸੀਂ, ਕਿਉਂਕਿ ਮਜ਼੍ਹਬੀ ਸਿੱਖਾਂ ਨੂੰ, ਰਵਿਦਾਸੀ ਸਿੱਖਾਂ ਨੂੰ ਨਾ ਇੱਜ਼ਤ ਮਾਨ ਦਿੱਤਾ, ਨਾ ਬਰਾਬਰੀ ਦਾ ਦਰਜਾ ਦਿੱਤਾ। ਗੁਰਦੁਆਰੇ ਅਲੱਗ ਕਰ ਲਏ, ਸ਼ਮਸ਼ਾਨ ਭੂਮੀਆਂ ਅਲੱਗ ਕਰ ਲਈਆਂ, ਲੰਗਰ ਅਲੱਗ ਕਰ ਲਏ। ਨਤੀਜਾ ਕਿ ਅੱਜ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਮਜ਼੍ਹਬੀ ਸਿੱਖ ਭਰਾ ਕਨਵਰਟ ਹੋ ਰਹੇ ਹਨ, ਈਸਾਈ ਬਣ ਰਹੇ ਹਨ, ਕਿਉਂਕਿ ਉਹਨਾਂ ਨੂੰ ਐਜੂਕੇਸ਼ਨ ਫੈਸਿਲਿਟੀਜ਼ ਮਿਲ ਰਹੀਆਂ ਹਨ, ਰੋਜ਼ਗਾਰ ਫੈਸਿਲਿਟੀਜ਼ ਮਿਲ ਰਹੀਆਂ ਹਨ, ਮੈਡੀਕਲ ਟ੍ਰੀਟਮੈਂਟ ਵਿੱਚ ਮਦਦ ਮਿਲ ਰਹੀ ਹੈ, ਔਰ ਬਰਾਬਰੀ ਦਾ ਸਭ ਤੋਂ ਵੱਡੀ ਗੱਲ ਦਰਜਾ ਵੀ ਮਿਲ ਰਿਹਾ ਹੈ। ਆਉਣ ਵਾਲੇ ਸੈਂਸਸ ਸਾਨੂੰ ਚੰਗੀ ਤਰ੍ਹਾਂ ਚਾਨਣਾ ਪਾ ਦੇਣਗੀਆਂ ਕਿ ਸਾਡੀ ਕੌਮ ਦੀ ਪੰਜਾਬ ਵਰਗੀ ਜਗ੍ਹਾ ਤੇ ਵੀ ਕੀ ਹਾਲਤ ਹੋ ਗਈ।
और मेन कन्वर्जन मजहबी सिखां दा है। रविदासी सिख उन्हां दा भी कन्वर्जन क्यों हो रहा है? क्योंकि जदों तो वियाना विच गोलियां चलियां और जिहड़े कुछ रविदासी जिहड़े उन्हां दे सचखंड डेरा या होर भी जो उन्हां दे मंदिर ने जिथे उन्हां दियां अपनियां स्वार्थी नीतियां ते सरकार दी भी नीतियां ने, जिहदे करके रविदासी सिख भी रविदासी मंदिरां वल शिफ्ट होना शुरू हो गए ने। सन सारियां पता उन्हां दे आनंद कारज दे भी शब्द अलग बनने शुरू हो गए, उन्हां दी अरदासां होनियां शुरू हो गईयां अलग, उन्होंने अपने बिल्कुल प्रकाश अपने मंदिरां च अलग रविदास ग्रंथ दे भी शुरू करते। पर मजहबी सिख वो ते सारे ईसाई धर्म वल कन्वर्ट हो रहे ने। अगर असी हुण भी उन्हां नूं नहीं संभालिया, भावें उन्हां दी आर्थिक जरूरतां होण, भावें बराबरी दा दर्जा है, अगर असी उन्हां वल भी काम नहीं कीता, कहंदे हन डेमोक्रेसी विच ते एक वोट दी वैल्यू होंदी है। असी ते अपनी कौम दा 33% नूं अपने कोलों वड्डण नूं तैयार बैठे होए हां। सानू उपराले करने पैणगे, मतलब अपनी कौम दी सानू अपनी पूरी ताकत नानक पंथियां नूं, पंजाब दी अंदर रविदासी सिखां नूं, मजहबी सिखां नूं, ईवन पंजाब तो बाहर भी जो रविदासी सिख ने उन्हां नूं भी संभालना है। मैं पिछले दिनां च मेरी मध्य प्रदेश के एक छोटे शहर विच एक वीर नाल गल चल रही सी, वो रविदास वाल्मीकि सिख है, पाटी सिंह है। सुन के मैं हैरान होया कि उन्हें दसिया कि उहदे आस पास पूरी बस्ती विच जो वाल्मीकि सिख सन, उन्हां 1984 विच सारे परिवारां ने केस कतल करा के वो हिंदू धर्म का हिस्सा बन गए। कला वो पाठी सिंह सी कहंदा कि असी उदों दे 80 गुरुद्वारे नूं संभाल रहे हैं, बाकी पूरी बस्ती मोनी हो गई। सो गलबात उहदे नाल भी कीती कि तुसी गुरमत क्लासां बच्चियां दी शुरू करो, असी पूरी सपोर्ट करांगे ते कोशिश करिए कि उन्हां नूं कौम दा मुख धारा च लिआईए। इस तरह जौहरी सिख भी ने, जौहरी सिख हुंदे ने जिहड़े कि जिहड़ी इमिटेटिंग फेक ज्वैलरी होंदी है, नकली गहने होंदे ने, उन्हां नूं वो वेचण दा काम करदे हन। मध्य प्रदेश विच भी हन, महाराष्ट्र विच भी हन, मुख धारा च वो भी नहीं ने हैं। सारियां नूं संभालना पएगा, उन्हां नूं संभाले बिना असी कौम नूं मजबूत नहीं कर सकते। एक लेटेस्ट एग्जाम्पल मैं दूजे पासों दियां, जिहड़ी मुसलमान कौम जिन्हों असी अनपढ़ ड्राइवर तबका मैकेनिक तबका कहने आ, उन्हां दी डेवलपमेंट देखिए कि इस साल दे नीट दे रिजल्ट्स आए, तकरीबन 450 मुसलमान बच्चे बेंगलोर दे अंदर शाहीन इंस्टीट्यूट तो नीट एग्जाम विच वधिया रिजल्ट लैके आए ने, जिन्हां नूं वधिया मैडिकल कॉलेजेस विच एडमिशन मिलनी है। अजमल फाउंडेशन आसाम 250 मुसलमान बच्चियां ने नीट एग्जाम पास किया है। अल अमीन इंस्टीट्यूट बंगाल 500 बच्चियां ने, मुसलमान लड़कियां ने नीट एग्जाम पास किया है। जिहड़ी शाहीन इंस्टीट्यूट बेंगलोर विच उहदे च एक बच्चा है मोहम्मद अली, जिन्हें 5th क्लास विच उहदी पढ़ाई छुट गई सी गरीबी करके। उन्हें उस तो बाद हुण शाहीन इंस्टीट्यूट ज्वाइन की, उत्थे उन्हें 11th 12th प्राइवेट पास की, नीट का एग्जाम दिता। उन्हें नीट के एग्जाम में जिहड़े 450 बच्चे शाहीन इंस्टीट्यूट तो पास होए मुसलमान बच्चे, उन्हें उहदे टॉप किया और उहदा ऑल ओवर करनाटका ऑल ओवर इंडिया च इन्ना वधिया रिजल्ट है कि उन्होंने बेंगलोर के बेस्ट मैडिकल कॉलेज एडमिशन मिल जानी है। और उन्हें 5th तो बाद मदरसा ज्वाइन किया, उत्थे वो हाफिज भी बनिया, अज वो टॉप द डॉक्टर बनेगा। और इस शाहीन इंस्टीट्यूट की खासियत, अजमल फाउंडेशन की खासियत, अल अमीन फाउंडेशन की खासियत कि इत्थे कोचिंग दी, रहन दी, पढ़ाई का कोई पैसा गरीब मुसलमान बच्चियां कोलों नहीं लिया जाता, उल्टा उन्होंने स्कॉलरशिप दी जाती है। अजमल फाउंडेशन जिहड़ी कि रूह अफजा बनाती है, असी सिर्फ अर्जन साहिब जी के शहीदी दिहाड़े ते जिहड़ी सड़कों ते छबील लगाने आ, उहदे किन्ना पैसा असी रूह अफजा ते खर्च करने आ, उस पैसे नूं कमा के अजमल फाउंडेशन आसाम भी चला रहे हैं, दिल्ली IAS कोचिंग चला रहे हैं, फ्री विच मुसलमान बच्चियां नूं IAS कोचिंग दे रहे हैं। मद्रास विच अन्ना सलाई रोड ते 2 मस्जिदां च बहुत शानदार IAS कोचिंग मुसलमान बच्चियां दी चल रही हैं। हर साल 30 तो 40 मुसलमान लड़के लड़कियां IAS IPS ते IFS बन रहे हैं। सानू साडे फिगर पता ने कि असी कित्थे खड़े आ। साडी कौम दे
ਜੋ ਗੁਰਦੁਆਰੇ ਜੋ ਕਿ ਕੌਮ ਦੇ ਡਿਵੈਲਪਮੈਂਟ ਸੈਂਟਰ ਹੋਣੇ ਚਾਹੀਦੇ ਸਨ, ਸਿਰਫ ਪਿਓਰਲੀ ਪੂਜਾ ਦਾ ਸਥਾਨ, ਵੱਡੇ ਗੁਰਪੁਰਬਾਂ ਦੀ ਜਗ੍ਹਾ ਬਣ ਕੇ ਰਹਿ ਗਏ ਨੇ। ਸਾਡੀ ਕੌਮ ਦੀ ਜੋ ਧਾਰਮਿਕ ਤੇ ਇਲਾਵਾ ਸਮਾਜਿਕ, ਆਰਥਿਕ, ਰਾਜਨੀਤਿਕ ਡਿਵੈਲਪਮੈਂਟ ਹੋਣੀ ਸੀ, ਐਜੂਕੇਸ਼ਨ ਪੱਖੋਂ ਜੋ ਕੰਮ ਹੋਣੇ ਸਨ, ਉਹਦੇ ਵਿੱਚ ਸਾਡੇ ਗੁਰਦੁਆਰੇ, ਸਾਡੀ ਕੌਮ ਬਹੁਤ ਬੁਰੇ ਤਰੀਕੇ ਨਾਲ ਨਾਕਾਮਯਾਬ ਹੈ। ਅਸੀਂ ਨੀਟ ਦੀ ਗੱਲ ਕਰਨੇ ਆ, ਸਾਡੀ ਤੇ ਹਾਲਤ ਪੰਜਾਬ ਦੀ ਹੈ ਕਿ ਜੋ MBBS ਦੀ ਸੀਟਾਂ ਮੈਡੀਕਲ ਕਾਲਜਿਸ ਵਿੱਚ ਪੰਜਾਬ ਵਿੱਚ ਨੇ, ਉਹਨਾਂ ਦੀ ਗਿਣਤੀ ਹਰਿਆਣਾ ਔਰ ਹਿਮਾਚਲ ਨਾਲੋਂ ਵੀ ਘੱਟ ਹੈ। ਮਤਲਬ ਪੰਜਾਬ ਵਿੱਚ ਜਿੰਨੇ ਡਾਕਟਰ ਹਰ ਸਾਲ ਬਣਨਗੇ, ਉਹ ਹਰਿਆਣਾ ਔਰ ਹਿਮਾਚਲ ਨਾਲੋਂ ਵੀ ਘੱਟ ਡਾਕਟਰਸ ਪੰਜਾਬ ਵਿੱਚ ਬਣਨਗੇ। ਸਾਡੀ ਹਾਲਤ ਇਹ ਹੋ ਚੁੱਕੀ ਹੈ। ਸਾਨੂੰ ਸਿਰਫ ਗੁਰਦੁਆਰਿਆਂ ਦੀ ਬਾਉਂਡਰੀ ਤੱਕ ਸੀਮਤ ਆ। ਸਾਨੂੰ ਆਪਣੀ ਪੂਰੇ ਸੰਸਾਰ ਦੇ ਸਿੱਖਾਂ ਨੂੰ ਆਪਣੀ ਤਾਕਤ, ਕੌਮ ਨੂੰ ਮਜ਼ਬੂਤ ਕਰਨ ਵਿੱਚ, ਔਰ ਇਹ ਜੋ ਸਾਡੇ ਤੋਂ ਮੁੱਖ ਤਾਰਾਂ ਤੋਂ ਵਿਛੜੇ ਹੋਏ ਸਿੱਖੀ ਸੰਭਾਲ ਕੇ ਬੈਠੇ ਹਨ, ਸਿੱਖਲੀਗਰ ਸਿੱਖ ਭਰਾ ਜਾਂ ਵਣਜਾਰੇ ਸਿੱਖ ਭਰਾ ਜਿਹੜੇ ਵਕਤ ਨਾਲ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਨੇ, ਉਹਨਾਂ ਨੂੰ ਸੰਭਾਲਣ ਦੀ ਸਾਡੀ ਪ੍ਰਾਇਰਟੀਜ਼ ਹੋਣੀਆਂ ਚਾਹੀਦੀਆਂ ਹਨ। ਕਿਉਂਕਿ ਜਿੱਥੇ ਜੋ ਗੁਰੂ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਜੋੜਿਆ ਸੀ, ਉਹਨਾਂ ਨੂੰ ਤੇ ਵਾਪਸ ਜੋੜਨਾ ਹੈ। ਦੂਜਾ, ਸਾਡੀ ਖੁਦ ਦੀ ਉਹ ਵੀ ਜ਼ਰੂਰਤ ਹੈ ਕਿ ਇੱਕ ਜਿਹੜਾ ਬਾਕੀ ਸਿੱਖ ਵੀ, ਉਸ ਨੂੰ ਵੀ ਸਮਝਣਾ ਪਏਗਾ ਕਿ ਡੈਮੋਕ੍ਰੇਸੀ ਵਿੱਚ ਪੋਪੂਲੇਸ਼ਨ ਦੀ ਬਹੁਤ ਇੰਪੋਰਟੈਂਸ ਹੈ। ਅੱਜ ਹਰ ਸ਼ਹਿਰ ਵਿੱਚ ਰਹਿਣ ਵਾਲਾ ਸਿੱਖ ਸੋਚੇ ਕਿ ਮੈਂ ਮਜ਼ਬੂਤ ਹਾਂ, ਤੇ ਉਹ ਆਪਣੀ ਕੋਠੀ, ਆਪਣੇ ਘਰਾਂ ਵਿੱਚ ਰਹਿ ਕੇ ਮਜ਼ਬੂਤ ਨਹੀਂ, ਜਦ ਤੱਕ ਉਹਦੀ ਪੋਪੂਲੇਸ਼ਨ ਨਹੀਂ ਵੱਧਦੀ। ਅਸੀਂ ਪੂਰੇ ਇੰਡੀਆ ਵਿੱਚ ਜਾਂ ਪੂਰੇ ਵਰਲਡ ਵਿੱਚ 2-2.5 ਕਰੋੜ ਤੱਕ ਸੀਮਤ ਹਾਂ, ਔਰ ਸਾਡੀ ਪੋਪੂਲੇਸ਼ਨ ਪਰਸੈਂਟੇਜ ਵਾਈਜ਼ ਇਨਕਰੀਜ਼ ਹੋਣ ਦੀ ਜਗ੍ਹਾ ਤੇ ਡਿਕਰੀਜ਼ ਹੋ ਰਹੀ ਹੈ। ਸਰਕਾਰਾਂ ਵੀ ਉਹਨਾਂ ਨੂੰ ਹੀ ਪੁੱਛਦੀਆਂ ਜਿਨ੍ਹਾਂ ਦੀ ਆਬਾਦੀ ਹੁੰਦੀ ਹੈ। ਸੋ ਸਾਨੂੰ ਜਿੱਥੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ, ਉੱਥੇ ਸਾਨੂੰ ਆਪਣੇ ਇਹਨਾਂ ਵਿਛੜੇ ਭਰਾਵਾਂ ਨੂੰ ਜੋੜਨ ਦੀ ਬਹੁਤ ਵੱਡੀ ਜ਼ਰੂਰਤ ਹੈ। ਅਗਰ ਅਸੀਂ ਇਹ ਕੰਮ ਨਹੀਂ ਕੀਤਾ ਤੇ ਆਉਣ ਵਾਲਾ ਵਕਤ ਸਾਡੇ ਵਾਸਤੇ, ਸਾਡੀ ਪਨੀਰੀਆਂ ਵਾਸਤੇ ਹੋਰ ਔਖਾ ਹੁੰਦਾ ਚਲਾ ਜਾਣਾ ਹੈ। ਮੇਰਾ ਸਮਾਂ ਜੋ ਮੈਨੂੰ ਲੱਗਦਾ ਹੈ 1 ਘੰਟੇ ਦਾ ਦਿੱਤਾ ਗਿਆ ਸੀ, ਮੇਰਾ ਸਮਾਂ ਹੋ ਚੁੱਕਾ ਹੈ। ਗੱਲਾਂ ਬਹੁਤ ਸਾਰੀਆਂ ਸਨ ਕਰਨ ਵਾਲੀਆਂ, ਸੰਖੇਪ ਵਿੱਚ ਆਪ ਜੀ ਨਾਲ ਇਹ ਸਾਰੀ ਚੀਜ਼ਾਂ ਸ਼ੇਅਰ ਕੀਤੀਆਂ ਨੇ। ਸਾਨੂੰ ਵਰਲਡ ਲੈਵਲ ਤੇ ਪੂਰੀ ਕੌਮ ਨੂੰ ਟਾਰਗੇਟ ਮਿੱਥਣੇ ਪੈਣਗੇ ਕਿ ਅਸੀਂ ਐਜੂਕੇਸ਼ਨ ਹੋਏ, ਰੋਜ਼ਗਾਰ ਹੋਏ। ਕਿਉਂਕਿ ਇਹਦੇ ਅੰਦਰ ਇੱਕ ਚੀਜ਼ ਹੋਰ ਸਮਝੀਏ, ਸਿਰਫ ਅਸੀਂ ਨਾਨਕ ਪੰਥੀਆਂ ਨੂੰ ਨਹੀਂ ਸੰਭਾਲਣਾ, ਸਾਡੇ ਜਿਹੜੇ ਆਮ ਸਿੱਖ ਪਰਿਵਾਰ ਨੇ, ਉਹਨਾਂ ਦੇ ਬੱਚਿਆਂ ਨੂੰ ਵੀ ਸੰਭਾਲਣਾ ਜਿਹੜੇ ਅੱਛੀ ਐਜੂਕੇਸ਼ਨ ਪ੍ਰੋਵਾਈਡ ਨਹੀਂ ਕਰ ਪਾ ਰਹੇ। ਉੱਥੇ ਵੀ ਕੰਮ ਕਰਨਾ ਬੜਾ ਜ਼ਰੂਰੀ ਹੈ। ਔਰ ਇਹ ਕੰਮ ਸਾਡੀ ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਲੋਕਲ ਸ਼ਹਿਰਾਂ ਵਿੱਚ, ਹਰ ਸ਼ਹਿਰ ਵਿੱਚ, ਉੱਥੇ ਵੀ ਉਹਨਾਂ ਨੂੰ ਆਪਣਾ ਰੋਲ ਅਦਾ ਕਰਨਾ ਪੈਣਾ ਹੈ। ਹਰ ਚੀਜ਼ ਨਾ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ, ਨਾ SGPC ਕਰੇਗੀ। ਇਹ ਸਾਡੇ ਜੁਆਇੰਟ ਐਫਰਟਸ ਵਰਲਡ ਲੈਵਲ ਤੇ ਚਾਹੀਦੇ ਹਨ, ਤਾਂ ਹੀ ਅਸੀਂ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਾਂਗੇ। ਮੈਂ ਸਮਝਣਾ ਕਿ ਬਹੁਤ ਸੰਖੇਪ ਵਿੱਚ ਸਾਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ, ਤੇ ਹੁਣ ਅੱਗੋਂ ਜੋ ਵੀ ਹੋਰ ਆਪ ਜੀ ਨੇ ਵਿਚਾਰਾਂ ਆਪਸ ਵਿੱਚ ਹੋਰ ਡਿਸਕਸ ਕਰਨੇ ਹਨ, ਕੁਝ ਸਵਾਲ ਪੁੱਛਣੇ ਹਨ, ਆਪ ਜੀ ਸ਼ੇਅਰ ਕਰ ਸਕਦੇ ਹੋ। ਮੇਰਾ ਨੰਬਰ ਆਪ ਜੀ ਆਪਣੇ ਜਿਨ੍ਹਾਂ ਨੇ ਮੀਟਿੰਗ ਆਰਗੇਨਾਈਜ਼ ਕੀਤੀ ਹੈ ਵੀਰ ਜੀ ਕੋਲੋਂ ਲੈ ਸਕਦੇ ਹੋ, ਤਾਂ ਕਿ ਅੱਗੋਂ ਵੀ ਅਸੀਂ ਆਪਸ ਵਿੱਚ ਜੁੜ ਕੇ ਕੌਮ ਨੂੰ ਸੰਭਾਲਣ ਦੇ ਉਪਰਾਲੇ ਹੋਰ ਬਿਹਤਰ ਤਰੀਕੇ ਨਾਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।